ਅੱਜ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਾਨਮ ਅਤੇ ਇਤਿਹਾਸ ਦੇ ਪੰਨੇ ਤੇ ਉਂਕਰਿਆ ਮੋਰਚਾ ਗੰਗਸਰ ਜੈਤੋ ਦਾ 100 ਸਾਲਾ ਸ਼ਤਾਬਦੀ ਦਿਵਸ ਸਮੁੱਚਾ ਪੰਥ ਮਨਾ ਰਿਹਾ ਹੈ ਤੇ ਉਸ ਸਮੇਂ ਇੱਕ ਕਿਤਾਬ ਜਿਹੜੀ ਕਿ ਡਾਕਟਰ ਸਿਮਰਨਜੀਤ ਕੌਰ ਵੱਲੋਂ ਲਿਖੀ ਗਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਦਿਆਂ ਮਾਣ ਮਹਿਸੂਸ ਕਰ ਰਹੇ ਹਾਂ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਭਾਈ ਮੋਹਨ ਸਿੰਘ ਜੀ ਨੂੰ ਸਿੱਖੀ ਦੀ ਦਾਤ ਪ੍ਰਾਪਤ ਹੋਈ ਤੇ ਇਹ ਇਲਾਕੇ ਦਾ ਚੌਧਰੀ ਬਣਿਆ। ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਸਮੇਤ ਚੌਧਰੀ ਮੋਹਨ ਦੇ ਪੋਤਰੇ ਚੌਧਰੀ ਫੂਲ ਨੇ ਗੁਰੂ ਸਾਹਿਬ ਦੀ ਸੇਵਾ ਕਰਕੇ ਬਖਸ਼ਿਸ਼ਾਂ ਹਾਸਲ ਕੀਤੀਆਂ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1696 ਈਸਵੀ ਵਿੱਚ ਚੌਧਰੀ ਫੂਲ ਦੇ ਪੁੱਤਰਾਂ ਭਾਈ ਤਲੋਕਾ ਜੀ ਤੇ ਭਾਈ ਰਾਮਾ ਜੀ ਨੂੰ ਹੁਕਮਨਾਮੇ ਰਾਹੀਂ ਤੇਰਾ ਘਰ ਮੇਰਾ ਹੈ ਤਦ ਹੁਕਮ ਦੇਖਦਿਆਂ ਹੀ ਛੇਤੀ ਅਸਾਡੇ ਹਜੂਰ ਆਵਣਾ ਤੇਰਾ ਘਰ ਮੇਰਾ ਐਸਾ ਆਖ ਵਡਿਆਈ ਬਖਸ਼ੀ ਸੀ। ਗੁਰੂ ਸਾਹਿਬ ਦੀ ਮਿਹਰ ਸਦਕਾ ਦੋਵੇਂ ਭਰਾ ਗੁਰੂ ਸਾਹਿਬ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੰਘ ਸਜੇ। ਭਾਈ ਤਲੋਕ ਸਿੰਘ ਜੀ ਦੀ ਵੰਸ਼ ਵਿੱਚੋਂ ਨਾਭਾ ਜੀਂਦ ਰਿਆਸਤਾਂ ਹੋਂਦ ਵਿੱਚ ਆਈਆਂ ਤੇ ਭਾਈ ਰਾਮਾ ਜੀ ਦੀ ਸੰਤਾਨ ਨੇ ਪਟਿਆਲਾ ਰਿਆਸਤ ਦਾ ਮੁੱਢ ਬੰਨਿਆ ਸੀ। ਭਾਈ ਤਲੋਕ ਸਿੰਘ ਜੀ ਦੇ ਪੁੱਤਰ ਚੌਧਰੀ ਗੁਰਦਿੱਤ ਸਿੰਘ ਨੇ ਆਪਣਾ ਨਿਵਾਸ ਨਾਭੇ ਇਲਾਕੇ ਵਿੱਚ ਕੀਤਾ, ਜਿਸ ਕਾਰਨ ਨਾਭੇ ਨੂੰ ਚੌਧਰੀ ਦਾ ਘਰ ਕਿਹਾ ਜਾਣ ਲੱਗਿਆ। ਇਸ ਸਰਦਾਰ ਨੇ ਆਪਣੀ ਸਿਆਣਪ ਨਾਲ ਕਈ ਪਿੰਡ ਆਬਾਦ ਕੀਤੇ। ਚੌਧਰੀ ਗੁਰਦਿੱਤ ਸਿੰਘ ਦੇ ਚਲਾਣੇ ਪਿੱਛੋਂ ਉਸਦੇ ਪੋਤੇ ਹਮੀਰ ਸਿੰਘ ਆਪਣੇ ਦਾਦੇ ਦੇ ਰਾਜ ਨੂੰ ਬਖੂਬੀ ਸੰਭਾਲਿਆ। ਇਸ ਨੇ 1755 ਈਸਵੀ ਵਿੱਚ ਨਾਭਾ ਸ਼ਹਿਰ ਆਬਾਦ ਕੀਤਾ, ਪੱਕਾ ਕਿਲਾ ਬਣਵਾਇਆ ਤੇ ਨਾਭੇ ਨੂੰ ਰਿਆਸਤ ਦੀ ਰਾਜਧਾਨੀ ਬਣਾਇਆ। ਇਸ ਤੋਂ ਬਾਅਦ ਰਾਜਾ ਜਸਵੰਤ ਸਿੰਘ, ਰਾਜਾ ਦੇਵੇਂਦਰ ਸਿੰਘ, ਰਾਜਾ ਭਰਪੂਰ ਸਿੰਘ, ਰਾਜਾ ਭਗਵਾਨ ਸਿੰਘ, ਰਾਜਾ ਹੀਰਾ ਸਿੰਘ ਰਿਆਸਤ ਨਾਭਾ ਦੀ ਗੱਦੀ ਨਸ਼ੀਨ ਹੋਏ। ਮਹਾਰਾਜਾ ਹੀਰਾ ਸਿੰਘ ਇੱਕ ਕਾਮਯਾਬ ਨੀਤੀਵਾਨ ਹੋਏ ਜਿਨ੍ਹਾਂ ਰਿਆਸਤ ਲਈ ਅਨੇਕਾਂ ਮਿਸਾਲੀ ਕਾਰਜ ਕੀਤੇ। ਆਪ ਵਿੱਦਿਆ ਦੇ ਕਦਰਦਾਨ ਸਨ। ਆਪ ਨੇ ਰਿਆਸਤ ਵਿੱਚ ਸਕੂਲ ਖੋਲ੍ਹੇ, ਵਜ਼ੀਫੇ ਦਿੱਤੇ ਤੇ ਖਾਲਸਾ ਕਾਲਜ ਸ਼੍ਰੀ ਅੰਮ੍ਰਿਤਸਰ ਦੀ ਆਰੰਭਤਾ ਲਈ ਖੁੱਲ੍ਹੇ ਦਿਲ ਨਾਲ ਸਹਾਇਤਾ ਦਿੱਤੀ। ਮਹਾਰਾਜਾ ਹੀਰਾ ਸਿੰਘ ਦੇ ਗ੍ਰਹਿ ਵਿਖੇ ਟਿੱਕਾ ਰਿਪੂ ਦਮਨ ਸਿੰਘ ਦਾ ਜਨਮ 22 ਫੱਗਣ 1939 ਬਿਕਰਮੀ ਨੂੰ ਯਾਨੀ ਕਿ 4 ਮਾਰਚ 1833 ਈਸਵੀ ਨੂੰ ਰਾਣੀ ਜਸਮੇਰ ਕੌਰ ਦੀ ਕੁੱਖੋਂ ਹੋਇਆ। ਕਿਲੇ ਦੇ ਗੁਰਦੁਆਰਾ ਸਿਰੋਪਾਓ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਭੇਟ ਕੀਤਾ ਗਿਆ ਤੇ ਬਾਲਕ ਦਾ ਨਾਮ ਗੁਰਮਤ ਮਰਿਆਦਾ ਅਨੁਸਾਰ ਮਹਾਰਾਜਾ ਹੀਰਾ ਸਿੰਘ ਨੇ ਰਿਪੂ ਦਮਨ ਸਿੰਘ ਰੱਖਿਆ। ਰਿਪੂ ਦਮਨ ਤੋਂ ਭਾਵ ਹੈ ਵੈਰੀ ਜਾਂ ਸ਼ਤਰੂ ਦਾ ਦਮਨ ਕਰਨ ਵਾਲਾ। 28 ਸਤੰਬਰ 1884 ਈਸਵੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈਣ ਉਪਰੰਤ ਸ਼ਸਤਰ ਧਾਰਨ ਕਰਵਾਏ ਗਏ। ਟਿੱਕਾ ਸਾਹਿਬ ਨੂੰ 20 ਫਰਵਰੀ 1837 ਈਸਵੀ ਨੂੰ ਮਹਿਲ ਦੀ ਗੁਰਦੁਆਰੇ ਸ਼੍ਰੀ ਸਿਰੋਪਾਓ ਸਾਹਿਬ ਵਿਖੇ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਦੇ ਮਹੰਤ ਭਾਈ ਨਰੈਣ ਸਿੰਘ ਨੇ ਗੁਰਮੁਖੀ ਦੇ ਪਹਿਲੇ 4 ਅੱਖਰ ਲਿਖਵਾਏ। ਭਾਈ ਨਰੈਣ ਸਿੰਘ ਸਿੱਖ ਧਰਮ ਲਈ ਨਿਰਸਵਾਰਥ ਸੇਵਾ ਵਜੋਂ ਜਾਣੇ ਜਾਣ ਕਾਰਨ ਤਤਕਾਲੀ ਸਤਿਕਾਰ ਸ਼ਖਸੀਅਤ ਸੀ। ਮਹਾਰਾਜਾ ਹੀਰਾ ਸਿੰਘ ਨਾਭਾ ਨੇ ਭਾਈ ਨਰੈਣ ਸਿੰਘ ਦੇ ਸਪੁੱਤਰ ਭਾਈ ਕਾਹਨ ਸਿੰਘ ਨਾਭਾ ਦੀ ਚੋਣ ਟਿੱਕਾ ਰਿਪੂ ਦਮਨ ਸਿੰਘ ਦੇ ਉਸਤਾਦ ਵਜੋਂ ਕੀਤੀ, ਜਿਸ ਦਾ ਪ੍ਰਭਾਵ ਟਿੱਕਾ ਸਾਹਿਬ ਦੇ ਜੀਵਨ ਤੇ ਵੀ ਪਿਆ। ਟਿੱਕਾ ਸਾਹਿਬ ਦੇ ਅੰਗਰੇਜ਼ੀ ਦੀ ਸਿੱਖਿਆ ਲਈ ਬਾਬੂ ਬਿਸ਼ਨ ਦਾਸ ਜੋ ਡੇਰਾ ਇਸਮਾਇਲ ਖਾਂ ਵਿਖੇ ਹੈਡਮਾਸਟਰ ਅਤੇ ਅੰਗਰੇਜ਼ੀ ਦੇ ਚੰਗੇ ਗਿਆਤਾ ਸਨ ਨੂੰ ਉਸਤਾਦਾਂ ਵਜੋਂ ਚੁਣਿਆ ਗਿਆ। ਇਹ ਬਾਅਦ 'ਚ ਮਹਾਰਾਜਾ ਰਿਪੂ ਦਮਨ ਸਿੰਘ ਦੇ ਵਿਦੇਸ਼ ਮੰਤਰੀ ਵੀ ਰਹੇ। ਟਿੱਕਾ ਸਾਹਿਬ ਛੋਟੀ ਉਮਰੇ ਹੀ ਗੁਰਮੁਖੀ, ਸੰਸਕ੍ਰਿਤ ਤੇ ਅੰਗਰੇਜ਼ੀ ਤੋਂ ਚੰਗੇ ਜਾਣੂ ਹੋ ਗਏ। ਗਿਆਨੀ ਗਿਆਨ ਸਿੰਘ ਅਨੁਸਾਰ ਰਾਜਾ ਹੀਰਾ ਸਿੰਘ ਵਰਗੇ ਲੈਕ ਪਿਤਾ ਦੀ ਗੋਦ ਵਿੱਚ ਲਾੜ ਪਿਆਰ ਨਾਲ ਪਲ ਪੋਸ ਕੇ ਪੂਰਨ ਆਸ ਹੈ ਕਿ ਟਿੱਕਾ ਸਾਹਿਬ ਰਿਆਸਤ ਦੇ ਵਲੀ ਅਹਿਦ ਵੀ ਜੋ ਬੜੇ ਹੋਣਹਾਰ ਜਾਪਦੇ ਨੇ, ਇੰਤਜ਼ਾਮ ਰਿਆਸਤ ਦੇ ਮਾਮਲੇ ਵਿੱਚ ਆਪਣੇ ਪਿਤਾ ਤੋਂ ਘੱਟ ਨਹੀਂ ਨਿਕਲਣਗੇ। ਟਿੱਕਾ ਰਿਪੂ ਦਮਨ ਸਿੰਘ ਬਚਪਨ ਤੋਂ ਗੁਰਮਤਿ ਵਿੱਚ ਪਰਪੱਕ, ਕੌਮਪ੍ਰਸਤ, ਆਜ਼ਾਦ ਖਿਆਲ ਸ਼ਖਸੀਅਤ ਦੇ ਮਾਲਕ ਸਨ। ਆਪ ਦੀ ਹਰ ਧਾਰਮਿਕ, ਸਮਾਜਿਕ, ਰਾਜਸੀ ਤੇ ਸੱਭਿਆਚਾਰਕ ਤਹਿਰੀਕ ਵਿੱਚ ਦਿਲਚਸਪੀ ਰੱਖਦੇ ਸੀ। ਆਪਣੀ ਕਾਬਲੀਅਤ ਸਦਕਾ ਆਪ 1906 ਈਸਵੀ ਤੋਂ 1908 ਈਸਵੀ ਤੱਕ ਵਾਇਸਰਾਏ ਲੈਜਿਸਲੇਟਿਵ ਕੌਂਸਲ ਦੇ ਵਧੀਕ ਮੈਂਬਰ ਰਹੇ।
इस दौरान आप दा मेल देश भर के चंगे संघर्षी लीडरां नाल होया। नाल ही संत अतर सिंह जी मस्तूआणा वाले, ज्ञानी दित सिंह जी, भाई साहिब भाई वीर सिंह जी ते होर पंथक शख्सियतां नाल भी आप दा खास प्रेम सी। सिंह सभा लहर दा आप दी शख्सियत ते बहुत प्रभाव सी। 1908 ईस्वी तो टिक्का रिपुदमन सिंह महाराणी जगदीश कौर नाल विदेश यात्रा ते गई। महाराजा हीरा सिंह दे चलाने दौरान 1911 ईस्वी विच वापस रियासत नाभा आ परती। उन्हां दे दिल विच अपने लोकां ते देश प्रति खास प्यार, उत्साह ते जज्बा सी। महाराजा हीरा सिंह दे चलाने बाद आप 28 साल 10 महीने दी उम्र विच 24 जनवरी 1912 ईस्वी नूं रियासत नाभा दी गद्दी ते बिराजमान हुए। इस समय जदों भी कोई राजा अपने पिता दी गद्दी ते बैठदा सी तां गद्दी नशीनी दी रस्म लई अंग्रेज सरकार वल्लों दिन तय कीता जांदा सी ते रस्म भी अंग्रेज प्रतिनिधि द्वारा ही करवाई जांदी सी। पंथक सोच ते पैरा देण वाले इस महाराजे ने यह रस्म श्री गुरु ग्रंथ साहिब जी दी हजूरी विच अरदासा सोधन उपरंत 5 प्यारियां दी हाजरी विच करदियां श्री साहिब पहनी ते लक दुआले शाही पेटी सजाई। इस रस्म दौरान संत अतर सिंह जी मस्तूआणा तो इलावा होर धार्मिक शख्सियतां ते पतवंते भी मौजूद सन। भाई अर्जन सिंह बागड़िया ने टिक्का रिपुदमन सिंह नूं राज तिलक दिता। ये रस्म रियासत नाभा दे किला मुबारक विखे हुई। ये अपने आप विच ही एक अजिहा आजादाना करतब सी जिसने अंग्रेज सरकार दी क्रोध दी अग नूं होर भड़का दिता। महाराजा रिपुदमन सिंह दिखावे लई फजूल खर्ची ते खुशामद तो हमेशा दूर रहे, पर अपनी प्रजा दी लोड़ नूं मुख रखदिआं खुले गफ्फे देण तो भी कदे संकोच ना कीता। पंजाब दा गवर्नर सर लुइडेन जद पंजाब तो जाण समय रियासतां दा दौरा कर रहा सी तां उसने नाभा रियासत दा भी दौरा करना चाहिया। महाराजा नाभा ने प्रजा नूं किसी भी तरह की खेचल च पाउण तो रोकदिआं लिख भेजिया कि मैं उन्हां दिनां विच नाभे नहीं होवांगा जिन्हां दिनां विच के लाड साहिब नाभे दा दौरा करना चाहुंदे ने। सर लुइडेन ने इस गल नूं अपनी हेठी समझदिआं सरकार नूं महाराजा खिलाफ लिख भेजिया। 1911 ईस्वी विच रियासत की कुल आबादी विचों 7143 आदमी पढ़े लिखे सी। गद्दी संभालदिआं महाराजा साहिब ने रियासत विच प्राइमरी तक की पढ़ाई मुफ्त की ते आप दी इच्छा सी कि एंट्रेंस तक की विद्या मुफ्त होवे। इस तो इलावा आपने बीबियां दी पढ़ाई, ब्याह दी उम्र ते विधवा ब्याह लई नियम लागू कीते। महाराजा दे इन्हां गुणां सदका ज्ञानी ज्ञान सिंह रिपुदमन प्रकाश विच लिखदे हन कि सर्व जमाना था तब काला पर श्री नाभा पति निराला। गुरमुख साधु निर्मल संत था ऊंचा ऊंच महंत। महाराजा नाभा ने पंथक हितां नूं मुख रखदिआं कई अजिहे कारजां नूं अंजाम दिता कि जो सीधे रूप च अंग्रेज प्रस्त टोले ते अंग्रेज सरकार दी नीति दे उल्ट सी, जिन्हां चों कुछ दा जिक्र कुछ इस प्रकार है। 1905 ईस्वी नूं लैफ्टिनेंट गवर्नर पंजाब सर चार्लस रिवाज नूं श्री हरमंदर साहिब श्री अमृतसर परिक्रमा विखे मूर्तियां रखियां होण कारण थाई कदम चक्कण लई कहा क्योंकि यह सिख सिद्धांतां दे उल्ट वापर रहा सी। आप द्वारा खालसा कौम नूं खालस बने रहण हित वायसराय दी कौंसल विच आनंद मैरिज एक्ट दा खरड़ा पहली बार पेश किया गया। सरकार दी विरोधता कारण एक खरड़ा जिस रूप विच पेश किया उसे रूप च उस समय पास ना हो सकिया, परंतु सरकार इस विच तरमीम करना चाहती सी। टिक्का साहिब ने किसी भी तरमीम नूं परवाह ना किया ते इस गल उपर अड़ गए कि जां तां खरड़ा अखर अखर परवान होवे वरना नहीं होवे। इस तो बाद आप दी मैंबरी दी मुड़ियाद पूरी हो गई ते आप नूं दुआरा मैंबर ना चुनिया गया ते आप दे इस उद्यम सदका आप दा नाम और सन्मानदायक हो गया। वायसराय कौंसल दी मैंबरी दौरान डॉक्टर ट्रंप द्वारा की व्याख्या तो दुखी होके आपने सरकार दे सैकटरी नूं एक चिट्ठी लिखी कि गवर्नमेंट
ਮਿਹਰਬਾਨੀ ਕਰਕੇ ਇਹਨਾਂ ਆਪੱਤੀਜਨਕ ਗੱਲਾਂ ਦਾ ਪ੍ਰਾਸ਼ਚਿਤ ਕਰੇਗੀ ਜੋ ਸਿੱਖਾਂ ਦੇ ਗੁਰੂ ਸਾਹਿਬ ਅਤੇ ਉਹਨਾਂ ਦੇ ਧਰਮ ਵਿਰੁੱਧ ਇੱਕ ਜਰਮਨ ਈਸਾਈ ਮਿਸ਼ਨਰੀ ਨੇ ਕੀਤੀਆਂ ਨੇ, ਜਿਸ ਨੂੰ ਸਰਕਾਰ ਹਿੰਦ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਤਰਜਮਾ ਕਰਨ ਲਈ ਨਿਯਤ ਕੀਤਾ ਸੀ। ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਦੀ ਢਾਈ ਕੰਧ ਦੇ ਮਸਲੇ ਵਿੱਚ ਸਿੱਖਾਂ ਵੱਲੋਂ ਪੈਦਾ ਹੋਏ ਰੋਹ ਤੋਂ ਜਾਣੂ ਕਰਵਾਉਣ ਲਈ ਪੰਜਾਬ ਦੇ ਵਾਇਸਰਾਏ ਐਡਵਰਡ ਮੈਕਲੇਗਨ ਨੂੰ ਮਹਾਰਾਜਾ ਰਿਪੂਦਮਨ ਸਿੰਘ ਨੇ ਭੋਜਨ ਤੇ ਬੁਲਾਇਆ ਤਾਂ ਕਿ ਇਸ ਮਸਲੇ ਦਾ ਤਸੱਲੀਬਖਸ਼ ਹੱਲ ਜਲਦ ਤੋਂ ਜਲਦ ਹੋ ਸਕੇ। ਨਿੱਜੀ ਯਤਨਾਂ ਤੋਂ ਬਾਅਦ ਆਪ ਨੇ ਕੰਧ ਬਣਵਾਉਣ ਲਈ ਖਰਚਾ ਉਠਾਉਣ ਦੀ ਜ਼ਿੰਮੇਵਾਰੀ ਵੀ ਲਈ ਤੇ ਇਸ ਮਸਲੇ ਨੂੰ ਬੜੇ ਸੁਚੱਜੇ ਢੰਗ ਨਾਲ ਸੁਲਝਾ ਦਿੱਤਾ। ਸ਼੍ਰੀ ਨਨਕਾਣਾ ਸਾਹਿਬ ਦੇ ਸਾਕੇ ਉਪਰੰਤ ਜਦੋਂ ਸਰਕਾਰ ਨੇ ਸਿੱਖਾਂ ਤੇ ਸਖਤੀ ਕਰਕੇ ਗ੍ਰਿਫਤਾਰੀਆਂ ਸ਼ੁਰੂ ਕੀਤੀਆਂ ਤੇ ਪੰਜਾਬ ਦੀਆਂ ਹੋਰ ਰਿਆਸਤਾਂ ਵਿੱਚ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਨਾਭਾ ਰਿਆਸਤ ਨੇ ਅਕਾਲੀ ਲਹਿਰ ਨੂੰ ਦਬਾਉਣ ਲਈ ਸਰਕਾਰ ਦਾ ਹੱਥ ਨਾ ਵਟਾਇਆ। ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਲਾਨ ਅਨੁਸਾਰ ਨਿਯਤ ਕੀਤੇ ਦਿਨ ਸਾਕਾ ਸ਼੍ਰੀ ਨਨਕਾਣਾ ਸਾਹਿਬ ਸੰਬੰਧੀ ਗੁਰਮਤਿ ਸਮਾਗਮ ਕਰਵਾਇਆ ਤੇ ਇਸ ਦਿਨ ਰਿਆਸਤ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ। ਮਹਾਰਾਜਾ ਨੇ ਜਿੱਥੇ ਅਕਾਲੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਰਮਾਨ ਅਨੁਸਾਰ ਕਾਲੀ ਦਸਤਾਰ ਸਜਾਉਣ ਅਤੇ ਕਿਰਪਾਨ ਰੱਖਣ ਦੀ ਖੁੱਲ੍ਹ ਦਿੱਤੀ, ਉੱਥੇ ਖੁਦ ਵੀ ਕਾਲੀ ਦਸਤਾਰ ਸਜਾਈ ਤੇ ਆਪ ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ ਤੇ ਹੋਰ ਸੁਧਾਰਕ ਲਹਿਰਾਂ ਨੂੰ ਖੂਫੀਆ ਮਦਦ ਦਿੰਦੇ ਆ ਰਹੇ ਸੀ। ਇਸ ਤੋਂ ਇਲਾਵਾ ਭਾਰਤ ਦੀ ਆਜ਼ਾਦੀ ਲਈ ਲੜਨ ਵਾਲੇ ਕ੍ਰਾਂਤੀਕਾਰੀਆਂ ਅਤੇ ਵਿਚਾਰਧਾਰਕਾਂ ਨਾਲ ਮਹਾਰਾਜੇ ਦੇ ਨੇੜੇ ਦੇ ਸੰਬੰਧ ਸੀ। ਇਸ ਤਰ੍ਹਾਂ ਮਹਾਰਾਜਾ ਨਾਭਾ ਪੰਥ ਪ੍ਰਸਤੀ ਕਾਰਨ ਅੰਗਰੇਜ਼ ਸਰਕਾਰ ਦੀਆਂ ਨਜ਼ਰਾਂ ਵਿੱਚ ਰੜਕਦੇ ਰਹੇ। ਗੋਰਾਸ਼ਾਹੀ ਹਮੇਸ਼ਾ ਇਸ ਤਾਕ ਵਿੱਚ ਰਹਿੰਦੀ ਸੀ ਕਿ ਕਦੋਂ ਤੇ ਕਿਵੇਂ ਮਹਾਰਾਜਾ ਨਾਭਾ ਨੂੰ ਹੱਥ ਪਾਇਆ ਜਾਵੇ, ਪਰ ਉਸ ਦੀ ਆਪਣੀ ਕੌਮ, ਆਪਣੇ ਲੋਕਾਂ ਪ੍ਰਤੀ ਵਫਾਦਾਰੀ ਅਤੇ ਲੋਕਾਂ 'ਚ ਸਤਿਕਾਰ ਕਾਰਨ ਐਜੀਟੇਸ਼ਨ ਤੋਂ ਵੀ ਅੰਗਰੇਜ਼ ਸਰਕਾਰ ਨੂੰ ਡਰ ਲੱਗਦਾ ਸੀ। ਮਹਾਰਾਜਾ ਰਿਪੂਦਮਨ ਸਿੰਘ ਦੀ ਜਲਾਵਤਨੀ। ਮਹਾਰਾਜਾ ਰਿਪੂਦਮਨ ਸਿੰਘ ਦੀ ਅਗਾਂਹਵਧੂ ਸੋਚ ਤੇ ਨਿਰਪੱਖ ਫੈਸਲਿਆਂ ਨੇ ਨੌਕਰਸ਼ਾਹੀ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਕਿ ਦੇਸ਼ ਪੰਜਾਬ ਵਿੱਚ ਅਜਿਹਾ ਵੀ ਰਾਜਾ ਹੈ ਜੋ ਸਾਡੇ ਇਸ਼ਾਰੇ ਤੇ ਚੱਲਣ ਲਈ ਤਿਆਰ ਨਹੀਂ ਹੈ, ਜਿਸ ਕਾਰਨ ਅੰਗਰੇਜ਼ ਸਰਕਾਰ ਪਹਿਲਾਂ ਵੀ ਮਹਾਰਾਜਾ ਨਾਭਾ ਨੂੰ ਗੱਦੀ ਤੋਂ ਉਤਾਰਨ ਲਈ ਤਤਪਰ ਹੋਈ, ਪਰੰਤੂ ਮੋਤਵਰ ਵਿਅਕਤੀਆਂ ਦੇ ਵਿੱਚ ਪੈਣ ਕਾਰਨ ਅਤੇ ਹਾਲਾਤ ਢੁਕਵੇਂ ਨਾ ਹੋਣ ਕਾਰਨ ਇਹ ਕਾਰਵਾਈ ਨਾ ਹੋ ਸਕੀ। ਰਿਆਸਤ ਨਾਭਾ ਅਤੇ ਰਿਆਸਤ ਪਟਿਆਲਾ ਵਿੱਚ ਆਪਸੀ ਮਤਭੇਦ ਲੰਬੇ ਸਮੇਂ ਤੋਂ ਚੱਲ ਰਹੇ ਸੀ। ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਪਟਿਆਲਾ ਰਿਆਸਤ ਨੇ ਨਾਭਾ ਰਿਆਸਤ ਵਿਰੁੱਧ ਅੰਗਰੇਜ਼ ਸਰਕਾਰ ਕੋਲ ਪਹੁੰਚ ਕੀਤੀ। ਸਰਕਾਰ ਨੇ ਇਸ ਮਸਲੇ ਲਈ ਇਲਾਹਾਬਾਦ ਹਾਈ ਕੋਰਟ ਦੇ ਜੱਜ ਸਟੂਅਰਟ ਨੂੰ ਸੁਣਵਾਈ ਵਾਸਤੇ ਅੰਬਾਲੇ ਭੇਜਿਆ। ਦੋਹਾਂ ਰਿਆਸਤਾਂ ਦੀ ਸੁਲ੍ਹਾ ਕਰਵਾਉਣ ਲਈ ਸੰਤ ਅਤਰ ਸਿੰਘ ਮਸਤੂਆਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਵਾਬ ਮਲੇਰਕੋਟਲਾ, ਮਹਾਰਾਜਾ ਜੀਨ, ਸਰ ਅਲੀ ਇਮਾਮ, ਪੰਡਤ ਮਦਨ ਮੋਹਨ ਮਾਲਵੀਆ ਤੇ ਹੋਰ ਕਈ ਪਤਵੰਤੇ ਸੱਜਣਾ ਨੇ ਬਹੁਤ ਯਤਨ ਕੀਤੇ, ਪਰ ਕਿਸੇ ਦੀ ਕੋਈ ਪੇਸ਼ ਨਾ ਗਈ। ਇਸ ਪੜਤਾਲ ਦੌਰਾਨ ਨਾਭਾ ਦੇ ਜ਼ਿੰਮੇਵਾਰ ਅਫਸਰ ਅਤੇ ਖਾਸ ਨਜ਼ਦੀਕੀਆਂ ਨੂੰ ਖਰੀਦਿਆ ਗਿਆ ਤੇ ਉਹ ਮਹਾਰਾਜਾ ਪਟਿਆਲਾ ਦੇ ਪੱਖ ਵਿੱਚ ਭੁਗਤੇ। ਰਿਆਸਤ ਨਾਭਾ ਦੇ ਨਮਕ ਹਰਾਮ ਅਹਿਲਕਾਰਾਂ ਕੇਵਲ ਗੁਪਤ ਕਾਗਜ਼ ਰਿਕਾਰਡ ਹੀ ਪਟਿਆਲਾ ਨਹੀਂ ਪਹੁੰਚਾਏ, ਸਗੋਂ ਉਹਨਾਂ ਆਪਣੇ ਮਹਾਰਾਜੇ ਨੂੰ ਧਮਕਾਉਣ ਦੀ ਵੀ ਕੋਸ਼ਿਸ਼ ਕੀਤੀ। ਇੱਥੋਂ ਤੱਕ ਕਿ ਦਵਾਈਆਂ ਰਾਹੀਂ ਮਹਾਰਾਜਾ ਰਿਪੂਦਮਨ ਸਿੰਘ ਦਾ ਦਿਮਾਗੀ ਸੰਤੁਲਨ ਵਿਗਾੜਨ ਦੀ ਵੀ ਕੋਸ਼ਿਸ਼ ਕੀਤੀ ਗਈ। ਮਿਸਟਰ ਸਟੂਅਰਟ ਦੇ 4 ਮਹੀਨੇ ਦੀ ਪੜਤਾਲ ਉਪਰੰਤ ਅੰਗਰੇਜ਼ ਸਰਕਾਰ ਨੇ ਮਨਸ਼ਾ ਅਨੁਸਾਰ ਆਪਣੀ ਰਿਪੋਰਟ ਗਵਰਨਰ ਜਨਰਲ ਨੂੰ ਪੇਸ਼ ਕੀਤੀ। ਰਿਆਸਤ ਦੇ ਏਜੰਟ ਕਰਨਲ ਮਿੰਚਨ ਦੇ ਸੱਦੇ ਤੇ ਮਹਾਰਾਜਾ ਰਿਪੂਦਮਨ ਸਿੰਘ 5 ਜੂਨ 1923 ਈਸਵੀ ਨੂੰ ਕਸੌਲੀ ਪੁੱਜੇ ਤਾਂ ਕਰਨਲ ਨੇ ਅੰਗਰੇਜ਼ ਸਰਕਾਰ ਦੀ ਮਨਸ਼ਾ ਅਨੁਸਾਰ ਮਹਾਰਾਜਾ ਰਿਪੂਦਮਨ ਸਿੰਘ ਨੂੰ ਕੁਝ ਸ਼ਰਤਾਂ ਰਾਹੀਂ ਖੁਦ ਗੱਦੀ ਛੱਡਣ ਤੇ ਰਾਜ ਭਾਗ ਟਿੱਕਾ ਪ੍ਰਤਾਪ ਸਿੰਘ, ਜੋ ਕਿ ਮਹਾਰਾਣੀ ਸਰੋਜਨੀ ਦੇਵੀ ਦੇ ਕੁੱਖੋਂ ਪੈਦਾ ਹੋਏ ਸਨ, ਜੋ ਹਾਲੇ ਨਾਬਾਲਗ ਸਨ, ਹਵਾਲੇ ਕਰਨ ਦਾ ਮਸ਼ਵਰਾ ਦਿੱਤਾ। ਜੂਨ ਮਹੀਨੇ ਤੋਂ ਹੀ ਮਹਾਰਾਜਾ ਨੂੰ ਹੀਰਾ ਮਹਿਲ ਅੰਦਰ ਨਜ਼ਰਬੰਦ ਕੀਤਾ ਗਿਆ। ਨਾਭਾ ਰਿਆਸਤ ਦੇ ਅਹਿਲਕਾਰ ਅੰਗਰੇਜ਼ ਸਰਕਾਰ ਅਨੁਸਾਰ ਕਾਰਵਾਈ ਕਰ ਰਹੇ ਸੀ। ਮਹਾਰਾਜੇ ਨੂੰ ਕਿਸੇ ਨਾਲ ਮਿਲਣ ਨਹੀਂ ਦਿੱਤਾ ਜਾਂਦਾ। ਜੁਲਾਈ ਮਹੀਨੇ ਕਰਨਲ ਮਿੰਚਨ ਨੇ ਫਿਰ ਤੋਂ ਮਹਾਰਾਜਾ ਨਾਲ ਮੁਲਾਕਾਤ ਕੀਤੀ ਤੇ ਗੱਦੀ ਛੱਡਣ ਲਈ ਮਨਾ ਲਿਆ।
ਨਾਭਾ ਪਟਿਆਲਾ ਮੁਕੱਦਮੇ ਦੇ ਸਿੱਟੇ ਵਜੋਂ ਮਹਾਰਾਜਾ ਰਿਪੂ ਦਮਨ ਸਿੰਘ ਦੇ ਗੱਦੀ ਤੋਂ ਉਤਾਰੇ ਜਾਣ ਸੰਬੰਧੀ ਸੰਤ ਦੀਦਾਰ ਸਿੰਘ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਖਬਰ ਪੁੱਜੀ। ਮਾਸਟਰ ਤਾਰਾ ਸਿੰਘ, ਬਾਬਾ ਹਰਕ੍ਰਿਸ਼ਨ ਸਿੰਘ, ਤੇਜਾ ਸਿੰਘ ਸਮੁੰਦਰੀ ਤੇ ਸੰਤ ਦੀਦਾਰ ਸਿੰਘ ਨੇ ਮਹਾਰਾਜਾ ਰਿਪੂ ਦਮਨ ਸਿੰਘ ਤੱਕ ਪਹੁੰਚ ਕੀਤੀ ਤਾਂ ਜੋ ਮਹਾਰਾਜੇ ਨੂੰ ਗੱਦੀ ਛੱਡਣ ਤੋਂ ਰੋਕਿਆ ਜਾ ਸਕੇ। ਦੂਜੇ ਪਾਸੇ ਸਰਕਾਰੀ ਅਹਿਲਕਾਰ ਵੀ ਹਰ ਪਾਸੇ ਤੋਂ ਦਬਾਅ ਪਾ ਰਹੇ ਸੀ ਕਿ 5 ਜੁਲਾਈ ਤੋਂ ਪਹਿਲਾਂ ਆਪ ਸ਼ਰਤਾਂ ਦੀ ਪ੍ਰਵਾਨਗੀ ਭੇਜ ਦਿਓ। ਮਹਾਰਾਜੇ ਦਾ ਅੰਗਰੇਜ਼ ਮੁਲਾਜ਼ਮ ਮਿਸਟਰ ਓ ਗ੍ਰੇਡੀ ਖਾਸ ਤੌਰ ਤੇ ਸ਼ਿਮਲੇ ਤੋਂ ਮਨਜ਼ੂਰੀ ਦੀ ਚਿੱਠੀ ਲੈ ਕੇ ਪੁੱਜਿਆ ਤੇ 6 ਜੁਲਾਈ ਨੂੰ ਮਹਾਰਾਜਾ ਰਿਪੂ ਦਮਨ ਸਿੰਘ ਦੇ ਦਸਤਖਤ ਕਰਵਾ ਕੇ ਚਿੱਠੀ ਵਾਪਿਸ ਲੈ ਗਿਆ। ਮਾਸਟਰ ਤਾਰਾ ਸਿੰਘ ਅਨੁਸਾਰ ਸਵੇਰੇ ਅਸੀਂ ਹੀਰਾ ਮਹਿਲ ਪੁੱਜੇ ਤਾਂ ਸਾਨੂੰ ਪਤਾ ਲੱਗਿਆ ਕਿ ਕਈ ਘੰਟੇ ਤੋਂ ਵੱਧ ਸਮਾਂ ਹੋਇਆ ਕਿ ਮਹਾਰਾਜਾ ਸਾਹਿਬ ਦਾ ਇੱਕ ਅੰਗਰੇਜ਼ ਮੁਲਾਜ਼ਮ ਮਹਾਰਾਜਾ ਸਾਹਿਬ ਦੀ ਦਸਤਬਰਦਾਰੀ ਲੈ ਕੇ ਸ਼ਿਮਲੇ ਤੁਰ ਗਿਆ ਹੈ। ਅਸੀਂ ਹੈਰਾਨ ਹੋਏ। ਅਸਾਂ ਫਿਰ ਮਹਾਰਾਜਾ ਸਾਹਿਬ ਨੂੰ ਕਿਹਾ ਕਿ ਮਹਾਰਾਜਾ ਸਾਹਿਬ ਫਿਰ ਮੰਨ ਗਏ ਤੇ ਉਹਨਾਂ 2 ਅਹਿਲਕਾਰਾਂ ਨੂੰ ਤੇਜ਼ ਮੋਟਰ ਵਿੱਚ ਮਗਰ ਭਜਾਇਆ ਕਿ ਦਸਤਬਰਦਾਰੀ ਵਾਪਿਸ ਲਿਆਓ ਤੇ ਅਹਿਲਕਾਰਾਂ ਨੇ ਦੱਸਿਆ ਕਿ ਅੰਗਰੇਜ਼ ਮੁਲਾਜ਼ਮ ਨੇ ਦਸਤਬਰਦਾਰੀ ਵਾਪਿਸ ਦੇਣ ਤੋਂ ਨਾ ਕਰ ਦਿੱਤੀ ਹੈ ਤੇ 7 ਜੁਲਾਈ 1923 ਈਸਵੀ ਨੂੰ ਮਹਾਰਾਜਾ ਸਾਹਿਬ ਦੀ ਜਲਾਵਤਨੀ ਦਾ ਸਰਕਾਰੀ ਐਲਾਨ ਨਿਕਲ ਗਿਆ। 8 ਜੁਲਾਈ ਦੀ ਸਵੇਰ ਮਿਲਟਰੀ ਨੇ ਨਾਭੇ ਤੇ ਹੀਰਾ ਮਹਿਲ ਨੂੰ ਘੇਰਾ ਪਾ ਲਿਆ। ਮਹਿਲ ਦੇ ਚਾਰੇ ਪਾਸੇ ਮਸ਼ੀਨ ਗੰਨਾਂ ਦਾ ਪਹਿਰਾ ਲਾ ਦਿੱਤਾ ਗਿਆ। ਮਹਾਰਾਜੇ ਨੂੰ ਕਿਹਾ ਗਿਆ ਕਿ 4 ਘੰਟੇ ਦੇ ਅੰਦਰ ਅੰਦਰ ਤਿਆਰ ਹੋ ਜਾਓ, ਤੁਹਾਨੂੰ ਨਾਭਾ ਛੱਡ ਕੇ ਦੇਹਰਾਦੂਨ ਜਾਣਾ ਪਵੇਗਾ। ਸਰਕਾਰੀ ਫੌਜ ਨੇ ਕਿਲੇ ਤੇ ਵੀ ਕਬਜ਼ਾ ਕਰ ਲਿਆ। 9 ਜੁਲਾਈ ਦੀ ਸਵੇਰ 7 ਵਜੇ ਕਿਲੇ ਵਿੱਚ ਦਰਬਾਰ ਕਰਕੇ ਐਲਾਨ ਕੀਤਾ ਗਿਆ ਕਿ ਅੱਜ ਤੋਂ ਮਹਾਰਾਜਾ ਰਿਪੂ ਦਮਨ ਸਿੰਘ ਦਾ ਹੁਕਮ ਨਹੀਂ ਚੱਲੇਗਾ। ਹੁਣ ਰਿਆਸਤ ਦਾ ਪ੍ਰਬੰਧ ਅੰਗਰੇਜ਼ ਸਰਕਾਰ ਕੋਲ ਰਹੇਗਾ ਜਦੋਂ ਤੱਕ ਟੇਕਾ ਪ੍ਰਤਾਪ ਸਿੰਘ 21 ਸਾਲ ਦੇ ਨਹੀਂ ਹੋ ਜਾਂਦੇ। ਮਹਾਰਾਜਾ ਰਿਪੂ ਦਮਨ ਸਿੰਘ ਨੂੰ ਗੱਦੀ ਤੋਂ ਉਤਾਰਨ ਬਾਅਦ ਰਿਆਸਤ ਦਾ ਪ੍ਰਬੰਧ ਮਿਸਟਰ ਵਿਲਸਨ ਜੌਨਸਟਨ ਨੂੰ ਸੌਂਪਿਆ ਗਿਆ। ਮਹਾਰਾਜਾ ਨਾਭਾ ਦੇ ਨਿੱਜੀ ਸਕੱਤਰ ਸਰਦਾਰ ਗੁਰਦਿਆਲ ਸਿੰਘ ਨੂੰ ਮਹਾਰਾਜਾ ਹੀਰਾ ਸਿੰਘ ਨੇ ਆਪਣੇ ਖਰਚੇ ਤੇ ਪੜ੍ਹਾਇਆ ਸੀ। ਨਾਭੇ ਦਾ ਸਹਾਇਕ ਪ੍ਰਬੰਧਕ ਤੇ ਮਿਸਟਰ ਸਟੈਨ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਹੀਰਾ ਮਹਿਲ ਤੋਂ ਚੱਲਣ ਵਕਤ ਮਹਾਰਾਜਾ ਰਿਪੂ ਦਮਨ ਸਿੰਘ ਨੇ ਇੰਨਾ ਹੀ ਆਖਿਆ ਕਿ ਕਲਗੀਧਰ ਮਹਾਰਾਜ ਤੇਰਾ ਭਾਣਾ ਤੇ ਚੱਲਣ ਲਈ ਤਿਆਰ ਹੋ ਗਈ। ਮਹਾਰਾਣੀ ਸਰੋਜਨੀ ਦੇਵੀ, ਮਹਾਰਾਜਾ ਪ੍ਰਤਾਪ ਸਿੰਘ ਜੋ 4 ਕੁ ਸਾਲ ਦੇ ਸਨ ਸਮੇਤ 25 ਕੁ ਜਣੇ ਤਕਰੀਬਨ 9 ਵਜੇ ਮੋਟਰਾਂ ਵਿੱਚ ਬਿਠਾ ਕੇ ਸਖਤ ਪਹਿਰੇ ਹੇਠ ਨਾਭੇ ਰੋਟੀ ਦੇ ਪੁਲ ਤੋਂ ਅਮਲੋਹ ਅੰਬਾਲਾ ਰਾਹੀਂ ਦੇਹਰਾਦੂਨ ਵੱਲ ਲਿਜਾਈ ਗਈ। ਮਹਾਰਾਜੇ ਦੇ ਵਫਾਦਾਰ ਅਹਿਲਕਾਰ ਤੇ ਰਿਆਸਤ ਦੇ ਲੋਕ ਪੁੱਛ ਰਹੇ ਸੀ ਕਿ ਮਹਾਰਾਜ ਸਾਨੂੰ ਵੀ ਕੋਈ ਟਿਕਾਣਾ ਦੱਸ ਦਿਓ, ਹੁਣ ਕਦੋਂ ਮੇਲ ਹੋਣਗੇ। ਮਹਾਰਾਜੇ ਦਾ ਕਹਿਣਾ ਸੀ ਕਿ ਇਹ ਦਿਨ ਸੱਚਾਈ, ਆਜ਼ਾਦ ਖਿਆਲੀ ਤੇ ਪੰਥ ਨਾਲ ਹਮਦਰਦੀ ਰੱਖਣ ਕਰਕੇ ਨਸੀਬ ਹੋਇਆ ਹੈ। ਜੇ ਮੈਂ ਪੰਥ ਨਾਲ ਰੁਖਾਈ ਕਰਦਾ ਤਾਂ ਇਸ ਹਾਲਾਤ ਨੂੰ ਪਹੁੰਚਦਾ ਨਾ। ਮੈਂ ਕੌਮ ਤੇ ਦੇਸ਼ ਨਾਲ ਜੋ ਕੁਝ ਵਰਤਾ ਕੀਤਾ ਉਹ ਆਪਣੀ ਆਤਮਾ ਦੇ ਕਹਿਣ ਅਨੁਸਾਰ ਕੀਤਾ। ਦੇਹਰਾਦੂਨ ਲਿਜਾ ਕੇ ਮਹਾਰਾਜਾ ਨੂੰ ਉਹਨਾਂ ਦੇ ਮਹਿਲ ਵਿੱਚ ਗੋਰਖਾ ਪਲਟਨ ਅਧੀਨ ਨਜ਼ਰਬੰਦ ਕਰ ਦਿੱਤਾ ਗਿਆ। ਉੱਥੇ ਹੀ ਮਹਾਰਾਜਾ ਦੇ ਡਾਕ ਤੇ ਉਹਨਾਂ ਕੋਲ ਹਰ ਆਉਣ ਜਾਣ ਵਾਲੇ ਦੀ ਪੂਰੀ ਨਿਗਰਾਨੀ ਰੱਖੀ ਜਾਂਦੀ। ਬਾਅਦ ਵਿੱਚ ਮਹਾਰਾਜੇ ਨੂੰ ਪ੍ਰਾਪਤ ਸਹੂਲਤਾਂ ਤੇ ਪਾਬੰਦੀਆਂ ਲਾਉਂਦਿਆਂ ਸਰਕਾਰ ਨੇ ਉਹਨਾਂ ਨੂੰ ਮਿਲਣ ਵਾਲੀ ਰਾਸ਼ੀ ਵੀ ਘੱਟ ਕਰ ਦਿੱਤੀ। ਦੇਹਰਾਦੂਨ ਤੋਂ ਮਹਾਰਾਜਾ ਰਿਪੂ ਦਮਨ ਸਿੰਘ ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ, ਅਬਚਲ ਨਗਰ ਨੰਦੇੜ ਗਏ ਅਤੇ 6 ਫਰਵਰੀ 1927 ਈਸਵੀ ਨੂੰ ਦੁਬਾਰਾ ਅੰਮ੍ਰਿਤ ਛਕ ਕੇ ਨਾਮ ਗੁਰਚਰਨ ਸਿੰਘ ਰੱਖ ਲਿਆ। ਜਨਵਰੀ 1928 ਈਸਵੀ ਨੂੰ ਮਹਾਰਾਜਾ ਨੂੰ ਕੈਡੋ ਕਨਾਲ ਤਾਮਿਲਨਾਡੂ ਭੇਜ ਦਿੱਤਾ ਗਿਆ। ਇੱਥੇ ਹੀ 14 ਦਸੰਬਰ 1942 ਈਸਵੀ ਨੂੰ ਮਹਾਰਾਜਾ ਰਿਪੂ ਦਮਨ ਸਿੰਘ ਜੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਅਕਾਲ ਚਲਾਣਾ ਕਰ ਗਈ। ਜਿਸ ਤਰ੍ਹਾਂ ਸਰਕਾਰੀ ਖਾਲਸਾ ਦਾ ਅੰਤ ਕਰਨ ਲਈ ਸਰਕਾਰ ਨੇ ਰਾਜ ਦੇ ਜਰਨੈਲਾਂ, ਵਜ਼ੀਰਾਂ ਨੂੰ ਖਰੀਦ ਲਿਆ ਸੀ ਤੇ ਮਹਾਰਾਜਾ ਦਲੀਪ ਸਿੰਘ ਨੂੰ ਰਾਜਪਾਲ ਪਰਿਵਾਰ ਦੇਸ਼ ਪੰਜਾਬ ਤੋਂ ਦੂਰ ਕਰ ਦਿੱਤਾ ਸੀ, ਉਸੇ ਤਰ੍ਹਾਂ ਮਹਾਰਾਜਾ ਰਿਪੂ ਦਮਨ ਸਿੰਘ ਦੇ ਵਜ਼ੀਰਾਂ,
ਤੇ ਹੋਰ ਅਹਿਲਕਾਰਾਂ ਪਾਸੋਂ ਵਿਸ਼ਵਾਸਘਾਤ ਕਰਵਾਇਆ ਗਿਆ। ਨਾਭਾ ਦਿਵਸ। ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਿਖੇ ਅੰਮ੍ਰਿਤ ਸਰੋਵਰ ਦੀ ਚੱਲ ਰਹੀ ਕਾਰ ਸੇਵਾ ਦੌਰਾਨ ਹੀ ਇਸ ਖਬਰ ਦੀਆਂ ਕਣਸੋਹਾਂ ਮਿਲ ਰਹੀਆਂ ਸੀ ਕਿ ਮਹਾਰਾਜੇ ਨੂੰ ਅੰਗਰੇਜ਼ ਸਰਕਾਰ ਨੇ ਗੱਦੀ ਤੋਂ ਲਾਂਭੇ ਕਰ ਦੇਣਾ ਹੈ ਤੇ ਆਖਰ ਮਹਾਰਾਜਾ ਨਾਭਾ ਦੀ ਜਲਾਵਤਨੀ ਵਾਲੀ ਖਬਰ ਨੇ ਸਾਰੇ ਹਾਹਾਕਾਰ ਮਚਾ ਦਿੱਤੀ। ਰਿਆਸਤ ਤੇ ਪੰਥ ਪ੍ਰਸਤ ਹਿਰਦੇ ਇਹ ਖਬਰ ਸੁਣ ਕੇ ਦੁਖੀ ਹੋਏ। ਸ਼੍ਰੋਮਣੀ ਅਕਾਲੀ ਦਲ ਨੇ ਮਤਾ ਪਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਭੇਜਿਆ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਕਮ ਅੰਦਰ ਰਹਿ ਕੇ ਹਰ ਪ੍ਰਕਾਰ ਦੀ ਕੁਰਬਾਨੀ ਦੀ ਪੇਸ਼ਕਸ਼ ਕਰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2 ਅਗਸਤ 1923 ਈਸਵੀ ਨੂੰ ਨਾਭਾ ਦੇ ਗਵਰਨਰ ਜਨਰਲ ਨੂੰ ਚਿੱਠੀ ਭੇਜੀ ਗਈ ਕਿ ਮਹਾਰਾਜਾ ਨਾਭਾ ਦੇ ਗੱਦੀਆਂ ਉਤਰਨ ਬਾਰੇ ਨਿਰਪੱਖ ਪੜਤਾਲੀਆ ਕਮੇਟੀ ਨਿਯਤ ਕੀਤੀ ਜਾਵੇ ਜੋ ਦੱਸ ਸਕੇ ਕਿ ਮਹਾਰਾਜਾ ਆਪਣੀ ਖੁਸ਼ੀ ਨਾਲ ਗੱਦੀਓਂ ਉਤਰਿਆ ਹੈ ਜਾਂ ਜਬਰੀ ਉਤਾਰਿਆ ਗਿਆ ਹੈ। ਸਰਕਾਰ ਵੱਲੋਂ ਇਸ ਦਾ ਕੋਈ ਨਾ ਉੱਤਰ ਮਿਲਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲੇ ਸਬੂਤਾਂ ਤੇ ਪੜਤਾਲਾਂ ਰਾਹੀਂ ਜ਼ਾਹਿਰ ਹੋ ਗਿਆ ਕਿ ਮਹਾਰਾਜੇ ਨੂੰ ਗੱਦੀਓਂ ਜਬਰੀ ਉਤਾਰਿਆ ਗਿਆ ਹੈ। ਸਰਕਾਰ ਦਾ ਕਹਿਣਾ ਸੀ ਕਿ ਇਹ ਮਹਾਰਾਜੇ ਦਾ ਫੈਸਲਾ ਹੈ ਤੇ ਇਹ ਨਾਭਾ ਪਟਿਆਲਾ ਦਾ ਨਿੱਜੀ ਮਸਲਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਸਲੇ 'ਚ ਦਖਲ ਨਹੀਂ ਦੇ ਸਕਦੀ। ਇਸ ਦੇ ਜਵਾਬ ਵਿੱਚ 4 ਅਗਸਤ 1923 ਈਸਵੀ ਨੂੰ ਇਕੱਤਰਤਾ ਵਿੱਚ ਕਮੇਟੀ ਨੇ ਇਹ ਐਲਾਨ ਕੀਤਾ ਕਿ ਨਾਭੇ ਦੇ ਮਸਲੇ ਨੂੰ ਹੱਲ ਕਰਨ ਦਾ ਹੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਦੀ ਹੈ। 5 ਅਗਸਤ 1923 ਈਸਵੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਵਿੱਚ ਮਤਾ ਪਾਸ ਕੀਤਾ ਗਿਆ ਕਿ ਮਹਾਰਾਜਾ ਖੁਸ਼ੀ ਨਾਲ ਗੱਦੀਓਂ ਨਹੀਂ ਉਤਰਿਆ। ਇਸ ਮਤੇ ਵਿੱਚ ਸਰਕਾਰ ਦੀ ਨਿਖੇਧੀ ਕਰਦਿਆਂ ਇਸ ਨੂੰ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤੇ ਸਿੱਖਾਂ ਤੇ ਸਿੱਧਾ ਹਮਲਾ ਮੰਨਿਆ ਗਿਆ। ਉਸ ਸਮੇਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਰਾਦਾ ਕੋਈ ਜਥੇ ਭੇਜਣ ਦਾ ਨਹੀਂ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਭਾ ਦਿਵਸ ਮਨਾਉਣ ਸੰਬੰਧੀ ਸੰਗਤ ਅੱਗੇ ਅਪੀਲ ਕੀਤੀ ਤੇ ਨਾਲ ਹੀ ਕਿਹਾ ਕਿ ਥਾਂ-ਥਾਂ ਦੀਵਾਨ ਸਜਾਏ ਜਾਣ, ਨੰਗੇ ਪੈਰੀ ਜਲੂਸ ਕੱਢੇ ਜਾਣ ਤੇ ਮਤੇ ਪਾਸ ਕੀਤੇ ਜਾਣ ਤੇ ਨਾਭੇ ਨਾਲ ਹੋਈ ਬੇਇਨਸਾਫੀ ਨੂੰ ਦੂਰ ਕਰਵਾਉਣ ਲਈ ਅਰਦਾਸੇ ਸੋਧੇ ਜਾਣ। ਮਹਾਰਾਜਾ ਰਿਪੂ ਦਮਨ ਸਿੰਘ ਨੂੰ ਇਨਸਾਫ ਦਿਵਾਉਣ ਲਈ ਮੁੜ ਗੱਦੀ ਬਹਾਲ ਕਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 9 ਸਤੰਬਰ 1923 ਈਸਵੀ ਨੂੰ ਪਹਿਲਾ ਨਾਭਾ ਦਿਵਸ ਘੋਸ਼ਿਤ ਕੀਤਾ। ਇਹ ਵੀ ਕਿਹਾ ਗਿਆ ਕਿ ਅੱਗੇ ਤੋਂ 9 ਜੁਲਾਈ ਨੂੰ ਨਾਭਾ ਦਿਵਸ ਉਦੋਂ ਤੱਕ ਮਨਾਇਆ ਜਾਵੇ ਜਦੋਂ ਤੱਕ ਮਹਾਰਾਜਾ ਰਿਪੂ ਦਮਨ ਸਿੰਘ ਮੁੜ ਗੱਦੀ ਤੇ ਬਹਾਲ ਨਹੀਂ ਹੋ ਜਾਂਦੇ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਐਲਾਨ ਦੀ ਪ੍ਰੋੜਤਾ ਕੀਤੀ। ਨਾਭਾ ਦਿਵਸ ਦੌਰਾਨ ਨੰਗੇ ਪੈਰੀ ਮਾਰਚ ਕੱਢ ਕੇ ਸਿੱਖਾਂ ਨੇ ਸਿਰਫ ਆਪਣੇ ਸਿੱਖ ਮਹਾਰਾਜੇ ਨਾਲ ਕੋਈ ਬੇਇਨਸਾਫੀ ਦੇ ਵਿਰੁੱਧ ਆਵਾਜ਼ ਹੀ ਬੁਲੰਦ ਨਹੀਂ ਸੀ ਕੀਤੀ, ਸਗੋਂ ਉਹਨਾਂ ਇਕਜੁੱਟਤਾ ਦਾ ਸਬੂਤ ਵੀ ਦਿੱਤਾ ਸੀ ਜਿਸ ਨਾਲ ਸਿੱਖਾਂ ਦੇ ਜਾਤੀ ਵਿਰੋਧ ਖੰਭ ਲਾ ਕੇ ਉੱਡ ਗਏ ਸੀ ਤੇ ਸਮੁੱਚੀ ਸਿੱਖ ਕੌਮ ਨੇ ਇਕਮੁੱਠ ਹੋ ਕੇ ਸਰਕਾਰ ਵੱਲੋਂ ਹੋ ਰਹੀਆਂ ਜ਼ਿਆਦਤੀਆਂ ਦੂਰ ਕਰਾਉਣ ਦਾ ਪ੍ਰਣ ਕੀਤਾ ਸੀ। ਇਹ ਪ੍ਰਦਰਸ਼ਨ ਬੜੇ ਉਤਸ਼ਾਹ ਨਾਲ ਆਰੰਭ ਹੋਏ। ਕਈ ਥਾਈਂ ਪ੍ਰਦਰਸ਼ਨੀਆਂ ਲਾਈਆਂ ਗਈਆਂ। ਸ਼੍ਰੀ ਅੰਮ੍ਰਿਤਸਰ ਵਿਖੇ ਨਾਭਾ ਦਿਵਸ ਨੂੰ ਸਮਰਪਿਤ ਪ੍ਰਦਰਸ਼ਨ ਬੜਾ ਪ੍ਰਭਾਵਸ਼ਾਲੀ ਸੀ। ਸਵੇਰੇ ਅਕਾਲੀ ਤੇ ਪਰਦੇਸੀ ਅਖਬਾਰ ਦੇ ਦਫ਼ਤਰ ਅੱਗੋਂ ਜਲੂਸ ਆਰੰਭ ਹੋ ਕੇ ਹਾਲਗੇਟ ਰਾਹੀਂ 2.5 ਘੰਟੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਿਆ, ਜਿੱਥੇ ਵੱਡਾ ਸਮਾਗਮ ਆਰੰਭ ਕੀਤਾ ਗਿਆ ਸੀ। ਜਥੇ ਦੇ ਅੱਗੇ ਸਿੱਖ ਬੈਂਡ ਚੱਲਦਾ ਸੀ। ਉਸ ਦੇ ਪਿੱਛੇ 5 ਅਕਾਲੀ ਸਿੰਘਾਂ ਨੇ ਮੋਰਚੇ ਦੇ ਬੈਨਰ ਚੁੱਕੇ ਹੋਏ ਸੀ। ਉਸ ਤੋਂ ਬਾਅਦ 5 ਪਿਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਅਕਾਲੀ ਜਥਾ ਅੰਮ੍ਰਿਤਸਰ, ਰਾਮਗੜੀਆ ਜਥਾ, ਭੁਜੰਗੀ ਜਥਾ ਕਰਮਵਾਰ ਚੱਲ ਰਹੇ ਸੀ। ਇਹਨਾਂ ਤੋਂ ਪਿੱਛੋਂ 100 ਅਕਾਲੀ ਬੀਬੀਆਂ ਉਪਰੰਤ ਨਿਧੜਕ ਅਕਾਲੀ ਜਥਾ ਤੇ ਅਜੀਤ ਅਕਾਲੀ ਜਥਾ ਚੱਲ ਰਹੇ ਸੀ। ਇਹ ਸਾਰਾ ਜਥਾ ਨੰਗੇ ਪੈਰੀ ਮਾਰਚ ਕਰ ਰਿਹਾ ਸੀ। ਨਾਭਾ ਦਿਵਸ ਦੇ ਸੰਬੰਧ ਵਿੱਚ ਇੱਕ ਜਥਾ 11 ਸਤੰਬਰ 1923 ਈਸਵੀ ਨੂੰ 11 ਮੈਂਬਰਾਂ ਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਨਾਭੇ ਵੱਲ ਰਵਾਨਾ ਹੋਇਆ। ਨਾਭਾ ਦਿਵਸ ਨੂੰ ਮੁੱਖ ਰੱਖਦਿਆਂ ਥਾਂ-ਥਾਂ ਦੀਵਾਨ ਸਜਾਏ ਗਏ ਸੀ, ਮਾਰਚ ਕੱਢੇ ਗਏ ਸੀ। ਇਸੇ ਤਹਿਤ 9 ਸਤੰਬਰ 1923 ਈਸਵੀ ਨੂੰ ਨਾਭਾ ਦੇ ਗੁਰਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। ਇਸ ਸਮਾਗਮ ਦੌਰਾਨ ਅਕਾਲੀਆਂ ਤੇ ਅੰਗਰੇਜ਼ ਸਰਕਾਰ ਦਰਮਿਆਨ ਤਕਰਾਰ ਹੋਇਆ, ਜਿਸ ਕਾਰਨ ਪੂਰੇ ਜਥੇ ਨੂੰ ਪੁਲਿਸ ਨੇ ਘੇਰਾ ਪਾ ਲਿਆ। ਇਸ ਦਿਨ ਸਰਕਾਰ ਵੱਲੋਂ ਸਖਤੀ ਕਰਦਿਆਂ ਨਾਭੇ ਤੋਂ ਇਲਾਵਾ ਜੈਤੋ ਵੀ
ਨਾਭਾ ਦਿਵਸ ਮਨਾ ਰਹੇ ਸਿੰਘਾਂ ਤੇ ਲਾਠੀ ਚਾਰਜ ਕੀਤਾ ਗਿਆ ਸੀ। ਸਿੰਘਾਂ ਨੂੰ ਗ੍ਰਿਫਤਾਰ ਕਰਕੇ ਨਾਭੇ ਦੀਆਂ ਜੇਲ੍ਹਾਂ ਵਿੱਚ ਭੇਜ ਦਿੱਤਾ ਗਿਆ ਤੇ ਕੁਝ ਕੁ ਨਾਭੇ ਦੀ ਹੱਦ ਤੋਂ ਦੂਰ ਲੈ ਜਾ ਕੇ ਛੱਡ ਦਿੱਤੇ ਗਏ ਤੇ ਇਸ ਤੋਂ ਬਾਅਦ ਕਈ ਸਾਲ ਲਗਾਤਾਰ ਨਾਭਾ ਦਿਵਸ ਮਨਾਇਆ ਜਾਂਦਾ ਰਿਹਾ। ਹੁਣ ਗੱਲ ਕਰਦੇ ਹਾਂ ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਜੈਤੋ ਦੇ ਮੋਰਚੇ ਦੇ ਆਰੰਭਤਾ ਦੀ। ਮੌਜੂਦਾ ਫਰੀਦਕੋਟ ਜ਼ਿਲ੍ਹੇ ਦੇ ਸ਼ਹਿਰ ਜੈਤੋ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਗੁਰੂ ਸਾਹਿਬ ਨੇ 1705 ਈਸਵੀ ਵਿੱਚ ਇਸ ਸਥਾਨ ਤੇ ਆਣ ਕੇ ਸੰਗਤ ਦੇ ਸ਼ੰਕੇ ਨਿਵਰਤ ਕੀਤੇ ਸੀ। ਗੁਰੂ ਸਾਹਿਬ ਦੀ ਪਵਿੱਤਰ ਯਾਦ ਵਿੱਚ ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਪਾਤਸ਼ਾਹੀ 10ਵੀਂ ਤੇ ਗੁਰਦੁਆਰਾ ਟਿੱਬੀ ਸਾਹਿਬ ਸੁਸ਼ੋਭਿਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਨਾਭਾ ਐਜੀਟੇਸ਼ਨ ਨੂੰ ਪੰਥਕ ਸਵਾਲ ਮੰਨਦਿਆਂ ਮਹਾਰਾਜਾ ਰਿਪੂ ਦਮਨ ਸਿੰਘ ਤੇ ਹੱਕ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਕਰਨ ਦੇ ਅਰਦਾਸੇ ਸੋਧਣ ਲਈ ਐਲਾਨ ਜਾਰੀ ਕੀਤੇ ਗਏ। ਇਸੇ ਤਹਿਤ ਜੈਤੋ ਦੀ ਸਥਾਨਕ ਸੰਗਤ ਨੇ ਮਹਾਰਾਜਾ ਨਾਭਾ ਦੀ ਬਹਾਲੀ ਵਾਸਤੇ ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਵਿਖੇ 25, 26 ਤੇ 27 ਅਗਸਤ 1923 ਈਸਵੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਕੇ ਦੀਵਾਨ ਸਜਾਈ। ਸਰਕਾਰੀ ਅਹਿਲਕਾਰਾਂ ਤੇ ਨਮਕ ਹਰਾਮਾਂ ਜੋ ਅਰਦਾਸ ਦੇ ਵਿਸ਼ਵਾਸ ਤੇ ਤਾਕਤ ਤੋਂ ਜਾਣੂ ਸਨ, ਅਰਦਾਸ ਤੋਂ ਪਹਿਲਾਂ ਹੀ 27 ਅਗਸਤ ਨੂੰ ਭਰੇ ਦੀਵਾਨ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸਜੇ ਗਿਆਨੀ ਇੰਦਰ ਸਿੰਘ ਤੇ ਹੋਰ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੇ ਨਤੀਜੇ ਵਜੋਂ ਸੰਗਤ ਵਿੱਚ ਰੋਹ ਭਰ ਗਿਆ ਤੇ ਸੰਗਤ ਨੇ ਫੈਸਲਾ ਕੀਤਾ ਕਿ ਇਹ ਦੀਵਾਨ ਜੋ ਪ੍ਰੋਗਰਾਮ ਅਨੁਸਾਰ 27 ਤਰੀਕ ਨੂੰ ਸਮਾਪਤ ਹੋਣਾ ਸੀ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਹਕੂਮਤ ਦਖਲ ਦੇਣ ਤੋਂ ਨਹੀਂ ਹਟਦੀ। 1 ਸਤੰਬਰ 1923 ਈਸਵੀ ਨੂੰ ਸਰਦਾਰ ਤੇਜਾ ਸਿੰਘ ਸਮੁੰਦਰੀ ਵੱਲੋਂ ਜਥਾ ਜੈਤੋ ਭੇਜਿਆ ਗਿਆ, ਜਿਸ ਨੂੰ ਦੀਵਾਨ ਵਿੱਚ ਸ਼ਾਮਲ ਨਾ ਹੋਣ ਦਿੱਤਾ ਗਿਆ। ਪੁਲਿਸ ਨੇ ਦੀਵਾਨ ਵਿੱਚ ਲੰਗਰ ਲਈ ਰਸਦ ਅੰਦਰ ਜਾਣ ਤੇ ਵੀ ਰੋਕ ਲਾ ਦਿੱਤੀ। ਸਤੰਬਰ ਦੇ ਪਹਿਲੇ ਹਫ਼ਤੇ ਵਿੱਚ 25 ਸਿੰਘਾਂ ਦਾ ਜਥਾ ਲੈ ਕੇ ਜਥੇਦਾਰ ਭਗਵਾਨ ਸਿੰਘ ਲੌਂਗੋਵਾਲੀਆ, ਅਮਰ ਸਿੰਘ ਤੇਗ ਤੇ ਰਾਣਾ ਅਲਵੇਲ ਸਿੰਘ ਜੈਤੋ ਪੁੱਜੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਸਾਲਦਾਰ ਰਣਜੋਤ ਸਿੰਘ ਵੀ ਇੱਕ ਜਥਾ ਲੈ ਕੇ ਗਏ। ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਅਤੇ ਦੀਵਾਨ ਸਥਾਨ ਤੇ ਪਾਬੰਦੀ ਲਾਏ ਜਾਣ ਕਾਰਨ ਸੰਗਤ ਨੂੰ ਫਾਕੇ ਕੱਟਣੇ ਪਏ। ਬਾਹਰ ਵਾਲੇ ਸਿੰਘਾਂ ਨੇ ਗੁਰਦੁਆਰੇ ਅੰਦਰਲੇ ਸਿੰਘਾਂ ਨੂੰ ਅੰਦਰ ਹੀ ਪਾਠ ਆਰੰਭ ਕਰਨ ਲਈ ਕਿਹਾ ਤੇ ਆਪ ਸਧਾਰਨ ਪਾਠ ਕਰਦੇ ਰਹੇ। 14 ਸਤੰਬਰ 1923 ਈਸਵੀ ਦੇ ਦਿਨ ਜਦੋਂ ਅੰਦਰ ਵਾਲੀ ਸੰਗਤ ਨੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਤਾਂ ਸਜੇ ਦੀਵਾਨ ਅੰਦਰ ਹਥਿਆਰਬੰਦ ਸਿਪਾਹੀਆਂ ਦੇ ਦਸਤਿਆਂ ਨੇ ਸੰਗਤ ਤੇ ਸੇਵਾਦਾਰਾਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਗ੍ਰੰਥੀ ਸਿੰਘ ਨੂੰ ਖਿੱਚ ਕੇ ਪਾਸੇ ਕਰ ਦਿੱਤਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਧਰਮਸ਼ਾਲਾ ਵਿਖੇ ਭੇਜ ਕੇ ਅਖੰਡ ਪਾਠ ਖੰਡਿਤ ਕਰ ਦਿੱਤਾ ਤੇ ਇਹ ਇੱਕ ਵੱਡੀ ਬੇਅਦਬੀ ਸੀ। ਇਹ ਅਜਿਹੀ ਅਣਹੋਣੀ ਵਾਪਰੀ ਜਿਸ ਨੇ ਰਾਜਸੀ ਮਸਲੇ ਨੂੰ ਧਾਰਮਿਕ ਮਸਲੇ ਵਿੱਚ ਤਬਦੀਲ ਕਰ ਦਿੱਤਾ। 31 ਅਗਸਤ ਤੋਂ ਗੁਰਦੁਆਰਾ ਗੰਗਸਰ ਜੈਤੋ ਦੀ ਖੁੱਲੀ ਯਾਤਰਾ ਤੇ ਸਰਕਾਰ ਨੇ ਪਾਬੰਦੀਆਂ ਲਾ ਕੇ ਪਹਿਰੇ ਲਾ ਦਿੱਤੇ ਸੀ। ਹੁਣ 14 ਸਤੰਬਰ ਤੋਂ ਯਾਤਰਾ ਤੇ ਹੋਰ ਸਖਤੀ ਕਰ ਦਿੱਤੀ ਗਈ। ਸਿੱਖਾਂ ਨੇ ਇਸ ਘਟਨਾ ਨੂੰ ਧਾਰਮਿਕ ਕਾਰਜ ਵਿੱਚ ਸਿੱਧਾ ਦਖਲ ਮੰਨਦਿਆਂ ਗੁਰਦੁਆਰਾ ਸਾਹਿਬ ਵਿਖੇ ਪਾਠ ਕਰਨ ਅਤੇ ਯਾਤਰਾ ਕਰਨ ਦੇ ਹੱਕ ਲਈ ਧਾਰਮਿਕ ਆਜ਼ਾਦੀ ਲਈ ਚਾਰੇ ਪਾਸਿਆਂ ਤੋਂ ਵਹੀਰਾਂ ਕੱਟ ਲਈਆਂ। ਸਰਕਾਰ ਨੇ ਇਸ ਮਸਲੇ ਤੇ ਸਪਸ਼ਟੀਕਰਨ ਦਿੱਤਾ ਕਿ ਅਖੰਡ ਪਾਠ ਸਮਾਪਤੀ ਤੱਕ ਜਾਰੀ ਰੱਖਿਆ ਗਿਆ, ਪਰ ਅਸਲੀਅਤ ਇਹੋ ਸੀ ਕਿ ਪੰਥ ਦੇ ਕਾਰਜ ਅਤੇ ਚੱਲਦੇ ਪਾਠ ਵਿੱਚ ਸਰਕਾਰ ਵੱਲੋਂ ਵਿਘਨ ਪਾਇਆ ਗਿਆ ਸੀ। ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਲਈ ਅਗਲੀ ਸਵੇਰ 15 ਸਤੰਬਰ 1923 ਈਸਵੀ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 25 ਸਿੰਘਾਂ ਦੇ ਜਥੇ ਰੋਜ਼ਾਨਾ ਰਵਾਨਾ ਕਰਨੇ ਆਰੰਭ ਕਰ ਦਿੱਤੇ ਗਏ। ਪਹਿਲਾ ਜਥਾ ਨੇੜੇ ਦੀ ਸੰਗਤ ਦਾ ਰਵਾਨਾ ਹੋਇਆ। ਜਾਣ ਵਾਲੇ ਜਥਿਆਂ ਨੂੰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼ਾਂਤ ਪਈ ਰਹਿਣ ਦਾ ਸੰਦੇਸ਼ ਦਿੱਤਾ ਜਾਂਦਾ। ਪੁਲਿਸ ਵੱਲੋਂ ਜਥਿਆਂ ਤੇ ਸਖਤੀ ਕੀਤੀ ਜਾਂਦੀ ਤੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਬਾਣੇ ਉਤਾਰ ਕੇ ਦੂਰ ਦਰਾਡੇ ਬਾਵਲ ਕੰਟੀ ਵੱਲ ਛੱਡ ਦਿੱਤਾ ਜਾਂਦਾ। ਗੁਰੂ ਪਰਨਾਏ ਸਿੰਘ ਪੈਦਲ ਸਫ਼ਰ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਹਾਜ਼ਰ ਹੋ ਕੇ ਫਿਰ ਤੋਂ ਜੈਤੋ ਵੱਲ ਵਹੀਰਾਂ ਕੱਟਦੇ। ਇਹ ਵਰਤਾਰਾ 5 ਮਹੀਨੇ ਲਗਾਤਾਰ ਚੱਲਦਾ ਰਿਹਾ। ਤਕਰੀਬਨ 5000 ਸਿੰਘਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਕਿ ਤੇ ਹਾਕਮਾਂ ਨੇ ਜੇਲ੍ਹਾਂ ਅੰਦਰ ਤਸ਼ੱਦਦ ਢਾਹੀ। ਜੈਤੋ ਮੋਰਚੇ ਦੀਆਂ ਖਬਰਾਂ ਸੁਣ ਕੇ ਸਤੰਬਰ 1923 ਈਸਵੀ ਨੂੰ
पंडित जवाहर लाल नेहरू, प्रोफैसर A.T. गिड़बानी ते श्री के सतानम जैतो विखे सिखां नाल हो रही सख्ती देखण लई नाभा दी हद ते पहुंचे तां पुलिस ने इन्हां नूं गिरफ्तार कर लिया। पैदल जैतो स्टेशन ते लिजा के रेल राही नाभे सेंट्रल जेल पहुंचाया गया ते उत्थे एक कच्ची तंग ते गंदी कोठड़ी विच बंद कर दिता गया। पंडित मोती लाल नेहरू ते यत्ना सदका 15 दिनों बाद जवाहर लाल नेहरू होरां दी रिहाई हो गई। 25-25 ਸਿੰਘਾਂ ਦੇ ਜਥਿਆਂ ਦਾ सरकार ते खास प्रभाव ना पैदा देख श्रोमणी गुरुद्वारा प्रबंधक कमेटी वालों 500 ਸਿੰਘਾਂ ਦੇ जथे रवाना करन दा अहम फैसला लिया गया। 25 ਸਿੰਘਾਂ ਦਾ जथा भाई फेरू भी जा रहा सी। महंत कृष्ण दास ते किरपा राम राही अकालियां दा ध्यान जैतो वल हटाउण लई सरकार ने गुरुद्वारा भाई फेरू दा मसला खड़ा कर दिता ताकि जैतोवल सिंह ना जा सकन, पर यह चाल सफल ना हो पाई। इस तो इलावा श्रोमणी गुरुद्वारा प्रबंधक कमेटी ते श्रोमणी अकाली दल दे मोहतबर लगभग 110 आगूआं नूं अक्तूबर 1923 ईस्वी ते जनवरी 1924 ईस्वी नूं गिरफ्तार कर लिया गया। सरकार ने श्रोमणी गुरुद्वारा प्रबंधक कमेटी के दफ्तर की तलाशी करके जरूरी कागजात भी कब्जे विच कर लई। सरकार भुलेखे विच सी कि हुण ये लहर दब जाएगी क्योंकि इसनूं चालू रखण लई सारे आगू अंदर कर ले गए नी, पर सरकार सिੱਖੀ ਦੇ उस चाह तो बेखबर सी जिथे गुरु ਲਈ अपना सीस भेंट कर देना वड्डी नियामत मनी जाती है, क्योंकि ये लहर कुछ व्यक्तियों द्वारा नहीं बल्कि परमात्मा के हुक्म अनुसार वो ही चला रहा सी। वो अपनी रजा अनुसार किस नूं चुन के कदों कित्थे किहड़ी कार करा लवे इहदे लई कोई जानदा है। श्री अकाल तख्त साहिब तो रवाना होने वाले 500 ਸਿੰਘਾਂ ਦੇ जथे पीले चोले, काली दस्तार, काले गात्रे ते काले कमर कस्से पहन के चार दी कतार विच चलदी सी। जथे विच सब तो अगे नगारची, फिर फौजी वैन, 5 निशान साहिब वाले सिंह, फिर 5 प्यारे, उपरंत श्री गुरु ग्रंथ साहिब जी की पालकी 4 ਸਿੰਘਾਂ ਦੇ ਮੋਢਿਆਂ ਤੇ चुकी हुंदी सी। इस तो बाद हैड जथेदार साहिब की सेवा सी, जिस दे चौड़े गात्रे उत्ते मशीन नाल मोटे अखरां विच हैड जथेदार कढ़िया हुंदा सी। हर जथा श्री अकाल तख्त साहिब अगे अरदासा सोचदा ते शांतमई रहण दा प्रण करके रवाना हुंदा। उपरंत जथेदार साहिब, मीत जथेदार साहब, कंपनी कमांडर तो बाद 4 दे फोर विच जथा चलदा सी। जथे दा पड़ाओ जिथे भी हुंदा सवेर शाम धार्मिक दीवान सजदी ते अमृत संचार हुंदा। इस दौरान वड्डी गिनती च सिक्खां, बेबियां ते बच्चियां ने अमृत छकिया। संत सुंदर सिंह भिंडरां वालियां भी इसे दौरान अमृत संचार की सेवा निभाउंदे रहे। जथे दा जिथे भी पड़ाओ हुंदा अमृत वेले श्री आसा दी वार दा कीर्तन हुंदा। उपरंत श्री गुरु ग्रंथ साहिब जी दे मुख वाक दी कथा हुंदी ते समाप्ति उपरंत जथा चाले पादा। श्रोमणी गुरुद्वारा प्रबंधक कमेटी वालों लंगर दा समान ते हस्पताल दा अमला सणे दवाइयां नाल हुंदा। जथे नाल जां संगत दी गिनती अक्सर 20 तो 25 हज़ार हो जाती। पड़ाव दर पड़ाव होर संगत नाल जुड़दी जाती। जथे दे नाल एक खबर नवीस भी हुंदा जो रोजाना दी खबर श्रोमणी गुरुद्वारा प्रबंधक कमेटी दे दफ्तर पहुंचाउंदा। जथे दे सिंह शब्द पढ़दे होए ते कुछ बोलदे जांदे। गगन दमामा बाजियो, परियो निशाने काओ, खेत जो मांड्यो सूरमा, अब जूझन को दाओ। कबीर, मोहे मरने का चाव है, मरो तो हर के द्वार, मत हर पूछे कौन है, परा हमारे मार। पहला मन कबूल, जीवन की क्षण आस, होए सबना की रेणुका, तो आओ हमारे पास। नाभे नूं जरूर जावांगा, भावें सिर कट जावे मेरा। इस तरह शब्द पढ़ते ये जथा अगे रवाना हुंदा। भावें सरकार ने जथियां दी टहल सेवा करन तो सख्ती नाल वरजिया होया सी, पर जिथों भी जथा गुजरदा संगत हुम हमा के जथे दी हर तरह की सेवा करदी। सरकार वालों कई इलाकों विच खासकर नाभा, पटियाला, फरीदकोट, संगरूर रियासतां अंदर जथे दी किसी भी तरह की मदद करन तो खास तौर पर मना किया होया सी।
ਕਈ ਥਾਵਾਂ ਤੇ ਸਰਕਾਰ ਵੱਲੋਂ ਪਿੰਡਾਂ ਵਿੱਚ ਪਹਿਰੇ ਵੀ ਲਾਏ ਗਏ ਤਾਂ ਜੋ ਪਿੰਡਾਂ ਦੇ ਲੋਕ ਜਾ ਕੇ ਜਥਿਆਂ ਦੀ ਸੇਵਾ ਨਾ ਕਰ ਸਕਣ। ਪਰ ਗੁਰੂ ਦੇ ਸਿੰਘ ਜੋ ਗੁਰੂ ਅੱਗੇ ਸੀਸ ਭੇਟ ਕਰ ਚੁੱਕੇ ਸੀ, ਉਹਨਾਂ ਨੇ ਸਭ ਤਰ੍ਹਾਂ ਦੀਆਂ ਰੋਕਾਂ ਲੰਘਦੇ ਹੋਏ ਵੱਧ ਚੜ ਕੇ ਦੁਰਲੀ ਜਥੇ ਬਣਾ ਕੇ ਜਥਿਆਂ ਲਈ ਸੇਵਾ ਕੀਤੀ। ਇਹ ਸੇਵਾਕਾਰ ਸਿੰਘਾਂ ਨੂੰ ਜੇਲ੍ਹਾਂ ਅੰਦਰ ਬੰਦ ਕਰ ਦਿੱਤਾ ਗਿਆ, ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ ਤੇ ਜਲਾਵਤਨ ਕੀਤੇ ਗਏ। ਇਹਨਾਂ ਦੁਰਲੀ ਜਥਿਆਂ ਵਿੱਚ ਮਾਤਾ ਕਿਸ਼ਨ ਕੌਰ ਕੌਂਕੇ ਨੇ ਵਿਸ਼ੇਸ਼ ਰੋਲ ਅਦਾ ਕੀਤਾ, ਜਿਸ ਸਦਕਾ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਤਾ ਦਾ ਖਿਤਾਬ ਪ੍ਰਾਪਤ ਹੋਇਆ। ਤੇ ਹੁਣ ਗੱਲ ਕਰਾਂਗੇ ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਜੈਤੋਵਾਲ ਪਹਿਲੇ ਸ਼ਹੀਦੀ ਜਥੇ ਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲੇ ਅਨੁਸਾਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ 500 ਸਿੰਘਾਂ ਦਾ ਪਹਿਲਾ ਜਥਾ 9 ਫਰਵਰੀ 1924 ਈਸਵੀ ਨੂੰ ਬਸੰਤ ਪੰਚਮੀ ਦੇ ਦਿਨ ਰਵਾਨਾ ਹੋਇਆ ਸੀ, ਤਾਂ ਜੋ ਸ਼੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਦਿਨ ਨੂੰ ਮੁੱਖ ਰੱਖਦਿਆਂ 21 ਫਰਵਰੀ ਨੂੰ ਜੈਤੋ ਪੁੱਜ ਜਾਵੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਪਹਿਲੇ ਜਥੇ ਦੇ ਜਥੇਦਾਰ ਵਜੋਂ ਜਥੇਦਾਰ ਸਰਦਾਰ ਉਦਮ ਸਿੰਘ ਨਾਗੋਕੇ ਨਿਯਤ ਕੀਤੇ ਗਏ ਸੀ। ਪਰ ਉਹਨਾਂ ਦੀ ਰਵਾਨਗੀ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਜਾਣ ਕਾਰਨ ਜਥੇ ਦੇ ਜਥੇਦਾਰ ਵਜੋਂ ਸਰਦਾਰ ਉਦਮ ਸਿੰਘ ਵਰਪਾਲ ਨੂੰ ਸੇਵਾ ਸੌਂਪੀ ਗਈ। ਸਰਦਾਰ ਤੇਜਾ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਥੇ ਨੂੰ ਮਨ, ਬਚਨ ਤੇ ਕਰਮ ਕਰਕੇ ਸ਼ਾਂਤਮਈ ਰਹਿਣ ਦਾ ਆਦੇਸ਼ ਕੀਤਾ। ਹੈਡ ਜਥੇਦਾਰ ਵਜੋਂ ਉਦਮ ਸਿੰਘ ਵਰਪਾਲ, ਜਥੇਦਾਰ ਸਰਦਾਰ ਜਗਤ ਸਿੰਘ ਤੁੜ ਤੇ ਮੀਤ ਜਥੇਦਾਰ ਸਰਦਾਰ ਕੇਸਰ ਸਿੰਘ ਖਤਰਾਏ ਕਲਾਂ ਸੇਵਾ ਨਿਭਾ ਰਹੇ ਸੀ। ਜਥਾ ਚੱਬਾ ਸ਼੍ਰੀ ਤਰਨਤਾਰਨ ਸਾਹਿਬ, ਦਸ਼ਹਿਰਾ ਪਨੂਆ ਤੇ ਸਰਹਾਲੀ ਕਲਾਂ ਬਰਹਾਣਾ, ਬਖੂ, ਜ਼ੀਰਾ, ਤਲਵੰਡੀ ਭਾਈ ਮੁਦਕੀ, ਬਰਗਾੜੀ ਆਦਿ ਥਾਵਾਂ ਤੋਂ ਹੁੰਦਾ ਹੋਇਆ ਜੈਤੋ ਜਾ ਪੁੱਜਿਆ। ਜਥੇ ਨੇ ਆਪਣੀ ਜਵਾਲਾ ਸਿੰਘ ਕਪੂਰਥਲੇ ਵਾਲੇ ਅਤੇ ਢਾਡੀ ਭਾਈ ਕਿਸ਼ਨ ਸਿੰਘ ਵੀ ਆਪਣੀ ਸੇਵਾ ਨਿਭਾ ਰਹੇ ਸੀ। ਜਥੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ, ਲਾਇਲਪੁਰ, ਸ਼ੇਖੂਪੁਰ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਹੁਸ਼ਿਆਰਪੁਰ ਤੇ ਰਿਆਸਤਾਂ ਤੇ ਪੂਰਨ ਭਰੋਸੇ ਵਾਲੇ ਨਾਮ ਬਾਣੀ ਦੇ ਰਸੀਏ, ਰਹਿਤ ਦੇ ਧਾਰਨੀ, ਸ਼ਾਂਤਮਈ ਰਹਿਣ ਵਾਲੇ ਸਿੰਘਾਂ ਨੂੰ ਸ਼ਾਮਿਲ ਕੀਤਾ ਗਿਆ। ਜਥੇ ਦੇ ਸਿੰਘਾਂ ਦੇ ਚਿਹਰਿਆਂ ਤੇ ਗੁਰੂ ਸਨਮੁਖ ਸ਼ਹੀਦੀ ਪਾਉਣ ਦਾ ਉਤਸ਼ਾਹ ਤੇ ਚਾਅ ਸੀ। ਜਥਾ ਸ਼ਾਂਤਮਈ ਮਾਰਚ ਕਰਦਾ ਹੋਇਆ ਅੱਗੇ ਵਧਦਾ ਜਾ ਰਿਹਾ ਸੀ, ਜਿਸ ਕਾਰਨ ਸਰਕਾਰ ਨੂੰ ਤਸ਼ੱਦਦ ਕਰਨ ਦਾ ਕੋਈ ਮੌਕਾ ਨਾ ਮਿਲਿਆ। 21 ਫਰਵਰੀ ਨੂੰ ਜਦੋਂ ਜਥੇ ਦਾ ਪੜਾਅ ਬਰਗਾੜੀ ਸੀ, ਅੰਮ੍ਰਿਤ ਵੇਲੇ ਦੇ ਦੀਵਾਨ ਸਮੇਂ ਮਹਾਰਾਣੀ ਫਰੀਦਕੋਟ ਵੀ ਪਹੁੰਚੀ। ਇਸੇ ਪੜਾਅ ਦੌਰਾਨ ਜਥੇ ਨੂੰ ਨਾਭੇ ਦੇ ਹਾਕਮਾਂ ਦਾ ਫਰਮਾਨ ਮਿਲਿਆ ਕਿ ਗੁਰਦੁਆਰਾ ਗੰਗਸਰ ਵਿਖੇ 50 ਸਿੰਘ ਹੀ ਜਾ ਕੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਸਕਦੇ ਨੇ। ਜਥੇਦਾਰ ਨੇ ਸਰਕਾਰ ਦੇ ਤਾਨਾਸ਼ਾਹੀ ਫਰਮਾਨ ਨੂੰ ਨਾ ਮੰਨਦਿਆਂ ਦੀਵਾਨ ਉਪਰੰਤ 12 ਵਜੇ ਦੇ ਕਰੀਬ ਚਾਲੇ ਪਾ ਦਿੱਤੇ। ਜਥੇਦਾਰ ਸਰਦਾਰ ਜਗਤ ਸਿੰਘ ਤੁੜ ਸਭ ਤੋਂ ਅੱਗੇ ਸੀ ਤੇ ਊਠ ਤੇ ਧੌਂਸਾ ਵੱਜ ਰਿਹਾ ਸੀ। ਅੱਗੇ 5 ਨਿਸ਼ਾਨਚੀ ਸਿੰਘ ਸਨ। ਵਿਚਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨਾਲ ਹੈਡ ਜਥੇਦਾਰ ਉਦਮ ਸਿੰਘ ਵਰਪਾਲ ਸਨ ਤੇ ਸਭ ਤੋਂ ਪਿੱਛੇ ਮੀਤ ਜਥੇਦਾਰ ਸਨ। ਘੋੜਸਵਾਰ ਪੁਲਿਸ ਜਥੇ ਦੇ ਨਿਗਰਾਨੀ ਰੱਖ ਰਹੀ ਸੀ। ਰਿਆਸਤ ਫਰੀਦਕੋਟ ਦੇ ਕਰਮਚਾਰੀ ਪਲ ਪਲ ਦੀ ਖਬਰ ਹਾਕਮਾਂ ਤੱਕ ਪਹੁੰਚਾ ਰਹੇ ਸੀ। ਜਥੇ ਦੇ ਸਿੰਘਾਂ ਨੇ ਨਾਭਾ ਰਿਆਸਤ ਦੇ ਕਰਮਚਾਰੀਆਂ ਵੱਲੋਂ ਬਣਾਏ ਮਾਰਗ ਰਾਹੀਂ ਨਾ ਚੱਲਦਿਆਂ ਖੇਤਾਂ ਵਿੱਚੋਂ ਗੁਰਦੁਆਰਾ ਟਿੱਬੀ ਸਾਹਿਬ ਵੱਲ ਚਾਲੇ ਪਾ ਲਏ ਗਏ। ਜਥੇ ਨਾਲ ਜ਼ਿਆਦਾ ਸੰਗਤ ਹੋਣ ਕਾਰਨ ਉਸ ਪੁਲਿਸ ਵੱਲੋਂ ਜਥੇ ਨੂੰ ਰੋਕਣ ਦਾ ਖਿਆਲ ਛੱਡ ਦਿੱਤਾ ਗਿਆ। ਪਰ ਰਿਆਸਤ ਫਰੀਦਕੋਟ ਤੇ ਨਾਭਾ ਦੀ ਹੱਦ ਤੇ ਡਾਕਟਰ ਸੈਫੀਉਦੀਨ ਕਿਚਲੂ, ਪ੍ਰਿੰਸੀਪਲ ਏ.ਟੀ. ਗਿੜਵਾਨੀ ਤੇ ਨਿਊਯਾਰਕ ਟ੍ਰਿਬਿਊਨ ਦੇ ਪੱਤਰ ਪ੍ਰੇਰਕ ਮਿਸਟਰ ਸਿਵਲ ਜ਼ਿਮਾਨ ਦੀ ਕਾਰ ਰੋਕ ਲਈ ਗਈ ਤੇ ਅੱਗੇ ਨਾ ਜਾਣ ਦਿੱਤਾ ਗਿਆ। ਜਦੋਂ ਜਥਾ ਗੁਰਦੁਆਰਾ ਟਿੱਬੀ ਸਾਹਿਬ ਤੋਂ 150 ਕਦਮ ਪਿੱਛੇ ਸੀ ਤਾਂ ਨਾਭੇ ਦੇ ਪ੍ਰਬੰਧਕ ਮਿਸਟਰ ਜੌਨਸਟਨ ਨੇ ਜਥੇ ਨੂੰ ਰੋਕਦਿਆਂ ਕਿਹਾ ਕਿ 50 ਸਿੰਘ ਹੀ ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਜਾ ਸਕਦੇ ਨੇ ਤੇ ਉਲੰਘਣਾ ਕਰਨ ਵਾਲੇ ਤੇ ਗੋਲੀ ਚਲਾਈ ਜਾਵੇਗੀ। ਗੁਰਦੁਆਰਾ ਸਾਹਿਬ ਵੱਲ ਜਾਂਦਾ ਰਾਹ ਵੀ ਤੰਗ ਕਰ ਦਿੱਤਾ ਗਿਆ, ਜਿਸ ਦੇ ਇੱਕ ਪਾਸੇ ਕੰਡਿਆਲੀ ਤਾਰ ਲਾ ਦਿੱਤੀ ਗਈ ਤਾਂ ਦੂਜੇ ਪਾਸੇ ਕੰਡਿਆਲੀ ਤਾਰ ਨਾਲ ਭਰੇ 100 ਗੱਡੇ ਲੰਬੀ ਕਤਾਰ ਵਿੱਚ ਜੰਜੀਰਾਂ ਨਾਲ ਜਗੜੇ ਖੜਾਏ ਸਨ। ਰਸਤੇ ਦੇ ਦੂਜੇ ਸਿਰੇ ਤੇ ਵੀ ਜਥੇ ਨੂੰ ਨਖੇੜ ਕੇ ਗ੍ਰਿਫਤਾਰ ਕਰਨ ਦੇ ਪ੍ਰਬੰਧ ਕੀਤੇ ਗਏ ਸੀ। ਜਥੇ ਨੇ ਗੁਰਦੁਆਰਾ ਟਿੱਬੀ ਸਾਹਿਬ ਵੱਲ ਰੁਖ ਕੀਤਾ ਤਾਂ ਐਡਮਿਨਿਸਟ੍ਰੇਟਿਵ ਵੱਲੋਂ ਇਸ਼ਾਰਾ ਕੀਤਾ ਗਿਆ ਕਿ ਜਥੇ ਉੱਪਰ 3 ਪਾਸਿਆਂ ਤੋਂ ਗੋਲੀ ਚੱਲਣੀ ਆਰੰਭ ਹੋ ਗਈ, ਜੋ ਪੌਣੇ 3 ਵਜੇ ਤੋਂ ਲੈ ਕੇ 2:47 ਤੱਕ ਲਗਾਤਾਰ 2 ਮਿੰਟ ਚੱਲਦੀ ਰਹੀ।
फिर कुछ समय बाद 2:55 तो 2:58 तक 3 मिनट फिर गोली चली। चलदी गोली विच भी सिंह अगे वधदे गए, जिस कारण कट्टा जमीन तो चढ़ के अंबर तक फैलन कारण चार चुफेरे हनेरा जा छा गया सी। इसी वेले संगत दे उत्साह ते विश्वास विच होर वाधा हो गया। सिख विश्वास विच बाज दे संकेत नूं गुरु साहिब की प्रवानगी विच स्वीकारिया जाता है। इसे दौरान एक बीबी जिस दे कुछड़ चुके भुजंगी नूं गोली विध गई सी, वो शहीदी प्राप्त कर गई सी। वो शहीदी प्राप्त कर गया। बीबी ने शहीद भुजंगी नूं धरती ते रखदिया आख्या कि सच्चे पातशाह मेरे भी निभा लियो। भावें इस दौरान कई सिंघां शहीदियां पा गए पर सिंघां दे जज्बे विच कोई कमी ना आई। सिंह अगे वधदे ते गुरुद्वारा टिब्बी साहिब ते जाके निशान साहिब चला दिता। टिब्बी साहिब पहुंचदियां जख्मियां नूं संभालन ते शहीद सिंघां दीयां देहां चुकन दा यतन कीता गया। कुछ सिंघां ने गुरुद्वारा श्री गंगसर साहिब वल चाले पा दिते। जख्मियां लई टिब्बी साहिब मौजूद खूह तो पानी लैण दी आग्या भी सिंघां नूं नहीं सी। हाकम दे हुक्म अनुसार घोड़ सवार दस्ते ने संगत नूं खिडाउणा शुरू कर दिता। कई सिख बीबियां ते बच्चे घोड़ियां दीयां टापां हेठ लताड़े गए। जथे तो इलावा संगत विचों कई मरजीवड़े शहीदियां पा गए। गुरुद्वारा टिब्बी साहिब नज़दीक जाण दी किसी नूं भी आग्या ना होण कार शहीदां दी सही गिनती प्राप्त नहीं हुंदी। कुछ अखबारां वल्लों शहीदां ते जख्मियां दी गिनती 500 तो ज़्यादा दसी गई है। श्रोमणी गुरुद्वारा प्रबंधक कमेटी के ऐलान मुताबिक 300 तो ज़्यादा लोग पीड़ित हुए, जिन्हां चों 70 तो 150 शहीद हुए। सरकारी बयान अनुसार 19 शहीद ते 28 जख्मी हुए। 21 फरवरी 1924 की रात रियासती हाकम फौज की सहायता नाल फट्टड़ ते शहीद सिंघां नूं टिकाणे लाउंदी रही। कई लाशां मिट्टी का तेल पा के साड़ दित्तियां गईयां। कई सिंह जो खाले सैकते सी लकड़ के संदूक विच पा के पंजाब में राही फिरोजपुर विखे सतलुज दरिया में सुट दित्ती गई। सरकार ने सारे सबूत मिटा के गोली चलाउण दा दोष अकालियां दे सिर ला दिता। हाकमां ने 2 गड्ढे टुटे फुटे हथियारां, बंदूकां, पिस्तौलां, छवियां आदि भर के किले विच लिया खड़े कीते ते यह कहा गया कि यह असला शहीदी जथे कोलों मिलिया है। इस दौरान तकरीबन 700 सिंघां नूं गिरफ्तार करके तंग कोठड़ी विच बंद कर दिता गया, जिथे कि 250 तो 300 जना ही रखा जा सकता सी। बाद विच इन्हां नूं दूर लिजा के बाबल कंटी छड़ दिता गया। कुछ नूं नाभे दी केंद्री जेल च भेजिया गया। डॉक्टर किचलू ते प्रिंसीपल गिरबानी नूं हथकड़ी ला के नाभे दी जेल विच बंद कर दिता गया। हुण गल करांगे जैतो जाण वाले होर शहीदी जथियां दी। गुरुद्वारा श्री गंगसर जैतो विखे 500 सिंघां दे पहले शहीदी जथे दे गोली चलन दी वापरी दर्दनाक घटना के बावजूद सिखां अंदर उत्थे जाण ते खंडित होए श्री अखंड पाठ साहिब मुड़ आरंभ करन दे जोश ते उत्साह विच रता भी फर्क ना पिया। सगों इस जोश विच वाधा हुंदा गया ते एक तो बाद दूजा तीजा लगातार 17 जथे जैतो वल रवाना हुई। यह सिलसिला 9 फरवरी 1924 ईस्वी तो 27 अप्रैल 1925 ईस्वी तक चलता रहा। नाभे दे गुरुद्वारा श्री अकालगढ़ साहिब तो भी जैतो वल जथे रवाना हुई। जथियां विच पंजाब दे जिलिਆਂ तो इलावा कैनेडा, शंघाई, हांगकांग आ तो भी परदेसी जथे भी शामिल हुई। 500 सिंघां दी जथे तो इलावा श्री अकाल तख्त साहिब तो रोजाना 25 सिंघां दा जथा रवाना हुंदा। 500 सिंघां दे जथे दा मार्ग इस तरह बनाया जाता सी कि हर जथा नवे इलाके पिंडां विचों लंघदा। आम लोग इन्हां सिंघां तो बहुत प्रभावित सन। वो बैराग चाई कदे अथर पूजदे ते कदे चरण धूड़ चुक के मत्थे नूं ला लैंदे ते इह नज़ारा बड़ा विलखण सी। जथे दे सिंघां दी रहणी ते बहणी दा असर अंग्रेज सरकार अधीन नौकरी कर रहे सिख फौजियां ते भी पिया। उन्हां कैंप विच निगरानी करदे समय बाणी पढ़नी आरंभ कर दित्ती। इस तो इलावा वो जथे दे सिंघां द्वारा छड्डे जयकारे दा भी जवाब दिंदे सी।
ਹੁਣ ਗੱਲ ਕਰਦੇ ਹਾਂ ਦੂਜੇ ਸ਼ਹੀਦੀ ਜਥੇ ਦੀ। ਦੂਜੇ ਸ਼ਹੀਦੀ ਜਥੇ ਦੀ ਪ੍ਰਵਾਨਗੀ ਤੋਂ ਪਹਿਲਾਂ ਜਥਾ ਨਾ ਭੇਜਣ ਦੀ ਤਜਵੀਜ਼ ਵਾਲੀ ਮਹਾਤਮਾ ਗਾਂਧੀ ਦੀ ਚਿੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਰਜ ਕਰ ਦਿੱਤੀ। ਜਥੇ ਨੇ 28 ਫਰਵਰੀ 1924 ਈਸਵੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਚਾਲੇ ਪਾਏ। ਇਸ ਜਥੇ 'ਚ ਸਿਆਲਕੋਟ, ਗੁਰਦਾਸਪੁਰ, ਅੰਮ੍ਰਿਤਸਰ, ਗੁਜਰਾਂਵਾਲਾ, ਜਲੰਧਰ, ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਸਿੰਘਾਂ ਨੇ ਇੱਕ ਦੂਜੇ ਤੋਂ ਵੱਧ ਕੇ ਸ਼ਮੂਲੀਅਤ ਕੀਤੀ ਸੀ ਤੇ ਜਥਾ ਪੂਰਨ ਉਤਸ਼ਾਹ ਨਾਲ ਅੱਗੇ ਵਧ ਰਿਹਾ ਸੀ। ਜਥੇ ਵਿੱਚ ਪੈਨਸ਼ਨਰੀ ਫੌਜੀ, ਸਰਕਾਰੀ ਨੌਕਰੀਆਂ ਤੋਂ ਨਾਮ ਕਟਾ ਕੇ ਆਏ ਸਿੰਘਾਂ ਤੋਂ ਇਲਾਵਾ ਕੁਝ ਨਿਰਮਲੇ ਤੇ ਨਾਮਧਾਰੀ ਵੀ ਸੀ। ਜਥੇ ਦੇ ਮੁੱਖ ਜਥੇਦਾਰ ਸਰਦਾਰ ਇੰਦਰ ਸਿੰਘ ਮਿਰਜ਼ਾ ਸਿਆਲਕੋਟ, ਜਥੇਦਾਰ ਸਰਦਾਰ ਤੇਜਾ ਸਿੰਘ ਗੁਰਦਾਸਪੁਰ, ਸਰਦਾਰ ਪ੍ਰਿਤਪਾਲ ਸਿੰਘ ਕੱਤਰ ਨਿਯਤ ਕੀਤੀ ਗਈ। ਇਹ ਜਥਾ ਬਹੋੜੂ, ਝਬਾਲ, ਬਖੂ, ਕੋਟ ਈਸੇ ਖਾਂ, ਕੋਟ ਕਪੂਰਾ, ਮੋਗਾ ਹੁੰਦਾ ਹੋਇਆ 14 ਮਾਰਚ ਨੂੰ ਜੈਤੋ ਪੁੱਜਿਆ ਤੇ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਤੇ ਜੇ ਗੱਲ ਤੀਜੇ ਸ਼ਹੀਦੀ ਜਥੇ ਦੀ ਕਰਦੇ ਚੱਲੀਏ ਤਾਂ ਲਾਇਲਪੁਰ ਜ਼ਿਲ੍ਹੇ ਦੇ ਸਿੰਘਾਂ ਦਾ ਇਹ ਜਥਾ 22 ਮਾਰਚ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਰਵਾਨਾ ਹੋ ਕੇ ਮਾਨਾਂਵਾਲਾ, ਛੱਜਲ ਬੱਡੀ, ਚੀਮੇ, ਬਾਠ, ਰਮੀਦੀ, ਕਰਤਾਰਪੁਰ, ਕਿਸ਼ਨਗੜ੍ਹ, ਆਦਮਪੁਰ, ਜਲੰਧਰ, ਕੁਆਦੜਾ, ਜਗਰਾਓਂ, ਦੌਦਰ, ਕੌਂਕੇ, ਵਾਂਦਰ ਹੁੰਦਾ ਹੋਇਆ 7 ਅਪ੍ਰੈਲ ਨੂੰ ਜੈਤੋ ਪੁੱਜਿਆ ਸੀ। ਇਸ ਦੇ ਮੁੱਖ ਜਥੇਦਾਰ ਸਰਦਾਰ ਸੰਤਾ ਸਿੰਘ, ਚੱਕ ਨੰਬਰ 133 ਸਰਗੌਦਾ, ਜਥੇਦਾਰ ਸਰਦਾਰ ਉੱਤਮ ਸਿੰਘ ਤੇ ਮੀਤ ਜਥੇਦਾਰ ਸਰਦਾਰ ਜੋਗਾ ਸਿੰਘ ਗੁਰਦਾਸਪੁਰ ਸਨ। ਇਸ ਸਮੇਂ ਦੌਰਾਨ ਰਿਆਸਤ ਵਿੱਚ ਪਲੇਗ ਫੈਲ ਗਈ, ਜਿਸ ਸਦਕਾ ਸਰਕਾਰ ਲਈ ਗ੍ਰਿਫਤਾਰ ਕੀਤੇ ਇਹਨਾਂ ਕੈਦੀਆਂ ਨੂੰ ਰੱਖਣਾ ਵੀ ਗਲੇ ਦੀ ਹੱਡੀ ਬਣ ਗਿਆ ਸੀ। ਇਸੇ ਤਰ੍ਹਾਂ ਚੌਥਾ ਸ਼ਹੀਦੀ ਜਥਾ 27 ਮਾਰਚ ਨੂੰ ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋ ਕੇ ਕੁੱਕੜ ਮਾਜਰਾ, ਮਾਹਿਲਪੁਰ, ਬੜਾ ਪਿੰਡ, ਲੁਧਿਆਣਾ, ਰਾਏਪੁਰ, ਰਾਏਕੋਟ, ਦੀਨਾ ਤੇ ਬਾਜਾਖਾਨਾ ਹੁੰਦਾ ਹੋਇਆ 18 ਅਪ੍ਰੈਲ ਨੂੰ ਜੈਤੋ ਪੁੱਜਿਆ ਸੀ। ਦੁਆਬੇ ਦੇ ਸਿੰਘਾਂ ਦਾ ਇਹ ਜਥਾ ਮੁੱਖ ਜਥੇਦਾਰ ਸਰਦਾਰ ਪੂਰਨ ਸਿੰਘ ਬਾਹੋਵਾਲ, ਹੁਸ਼ਿਆਰਪੁਰ, ਮੀਤ ਜਥੇਦਾਰ ਭਾਈ ਸੁੰਦਰ ਸਿੰਘ ਚਮਿਆਰਾ, ਜਲੰਧਰ, ਸਕੱਤਰ ਸਰਦਾਰ ਬਿਸ਼ਨ ਸਿੰਘ ਤੇ ਬਾਬੂ ਲਾਭ ਸਿੰਘ ਦੀ ਅਗਵਾਈ ਵਿੱਚ ਰਵਾਨਾ ਹੋਇਆ। ਜਥੇ ਨੂੰ ਗ੍ਰਿਫਤਾਰ ਕਰਕੇ ਨਾਭਾ ਬੀੜ ਦੀਆਂ ਜੇਲ੍ਹਾਂ ਵਿੱਚ ਭੇਜ ਦਿੱਤਾ ਗਿਆ। ਇਸ ਜਥੇ ਵਿਚਲੇ ਭਾਈ ਰਣ ਸਿੰਘ ਸਪੁੱਤਰ ਭਾਈ ਭੋਲਾ ਸਿੰਘ ਨੂੰ ਨਾਭਾ ਬੀੜ ਦੀ ਜੇਲ੍ਹ ਵਿੱਚ ਰਹਿਰਾਸ ਸਾਹਿਬ ਵੇਲੇ ਬਾਣੀ ਪੜਦਿਆਂ ਜ਼ਾਲਮਾਂ ਨੇ ਫੜ ਕੇ ਆਪ ਦੇ ਕੇਸ ਛੱਤ ਨਾਲ ਬੰਨ੍ਹ ਦਿੱਤੇ, ਪੈਰਾਂ ਨਾਲ ਭਾਰੀ ਪੱਥਰ ਬੰਨ੍ਹ ਕੇ ਹੇਠਾਂ ਰੱਖੀ ਕੁਰਸੀ ਖਿੱਚ ਲਈ, ਜਿਸ ਕਾਰਨ ਇੱਕਦਮ ਭਾਰ ਵਧਣ ਕਾਰਨ ਆਪ ਜੀ ਦੇ ਕੇਸ ਖੋਪਰੀ ਸਮੇਤ ਅਲੱਗ ਹੋ ਗਏ ਤੇ ਸਿੰਘ ਸ਼ਹੀਦੀ ਪਾ ਗਿਆ। 5ਵੇਂ ਸ਼ਹੀਦੀ ਜਥੇ ਤਹਿਤ ਲਾਇਲਪੁਰ ਜ਼ਿਲ੍ਹੇ ਦੇ ਸਿੰਘਾਂ ਦਾ ਜਥਾ 12 ਅਪ੍ਰੈਲ ਨੂੰ ਲਾਇਲਪੁਰ ਤੋਂ ਰਵਾਨਾ ਹੋ ਕੇ ਅੰਮ੍ਰਿਤਸਰ ਪੁੱਜਿਆ ਸੀ। ਸਰਕਾਰੀ ਬੰਦਸ਼ਾਂ ਦੇ ਬਾਵਜੂਦ ਖਾਲਸਾ ਕਾਲਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿਦਿਆਰਥੀਆਂ ਨੇ ਜਥੇ ਦਾ ਉਤਸ਼ਾਹ ਨਾਲ ਸਵਾਗਤ ਕੀਤਾ। ਇਹ ਜਥਾ 1 ਮਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਕਸੇਲ, ਨੌਸ਼ਹਿਰਾ ਢਾਲਾਂ, ਵਲਟੋਆ, ਖੇਮਕਰ, ਗੰਡਾ ਸਿੰਘ ਵਾਲਾ, ਫਿਰੋਜ਼ਪੁਰ ਤੇ ਸ਼੍ਰੀ ਮੁਕਤਸਰ ਸਾਹਿਬ ਆਦਿ ਰਾਹੀਂ 21 ਮਈ ਨੂੰ ਜੈਤੋ ਪਹੁੰਚਿਆ ਸੀ। ਇਸ ਦੇ ਮੁੱਖ ਜਥੇਦਾਰ ਸਰਦਾਰ ਉੱਤਮ ਸਿੰਘ, ਜਥੇਦਾਰ ਸਰਦਾਰ ਹਰਭਜਨ ਸਿੰਘ ਤੇ ਮੀਤ ਜਥੇਦਾਰ ਉਜਾਗਰ ਸਿੰਘ ਸਨ। 6ਵੇਂ ਸ਼ਹੀਦੀ ਜਥੇ ਤਹਿਤ ਫਿਰੋਜ਼ਪੁਰ ਦੇ ਸਿੰਘਾਂ ਦਾ ਜਥਾ ਜਥੇਦਾਰ ਸੰਤ ਪ੍ਰੇਮ ਸਿੰਘ ਕੋਕਰੀ, ਸਕੱਤਰ ਸਰਦਾਰ ਬਹਾਦਰ ਸਿੰਘ ਦੀ ਅਗਵਾਈ ਹੇਠ ਸ਼੍ਰੀ ਅਕਾਲ ਤਖਤ ਸਾਹਿਬ ਤੋਂ 10 ਮਈ ਨੂੰ ਰਵਾਨਾ ਹੋ ਕੇ ਗੁਮਟਾਲਾ, ਮੀਰਾਂਕੋਟ, ਵੱਖ-ਵੱਖ ਜਗ੍ਹਾ ਤੋਂ ਹੁੰਦਾ ਹੋਇਆ ਲੁਧਿਆਣਾ ਦੇ ਪਿੰਡਾਂ ਤੋਂ ਹੁੰਦਾ ਹੋਇਆ 19 ਜੂਨ ਨੂੰ ਜੈਤੋ ਪੁੱਜਿਆ ਸੀ। ਇਸ ਦੌਰਾਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਲਾਨ ਜਾਰੀ ਕੀਤਾ ਗਿਆ ਕਿ ਜੈਤੋ ਜਥੇ ਭੇਜਣ ਦਾ ਮਤਲਬ ਗੁਰਦੁਆਰਿਆਂ ਵਿੱਚ ਕਿਸੇ ਗੈਰ ਦੇ ਦਖਲ ਬਿਨਾਂ ਧਾਰਮਿਕ ਰਸਮ ਪੂਰਾ ਕਰਨ ਦਾ ਹੱਕ ਤਸਲੀਮ ਕੀਤਾ ਜਾਵੇ। ਹੁਣ ਗੱਲ ਕਰਦੇ ਹਾਂ 7ਵੇਂ ਸ਼ਹੀਦੀ ਜਥੇ ਦੀ, ਜਿਹੜਾ ਕਿ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਜ਼ਿਲ੍ਹਿਆਂ ਦੇ ਸਿੰਘਾਂ ਦਾ ਜਥਾ ਸੀ ਤੇ ਇਹ 1 ਜੂਨ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋ ਕੇ ਕੀਰਤਪੁਰ, ਭਰਤਗੜ੍ਹ, ਰੋਪੜ, ਚਮਕੌਰ ਸਾਹਿਬ, ਮਾਣੂਕੇ, ਖਿਆਲਾ, ਪੂਲਾ ਆਦਿ ਰਾਹੀਂ 29 ਜੂਨ ਨੂੰ ਜੈਤੋ ਪੁੱਜ ਕੇ ਗ੍ਰਿਫਤਾਰ ਹੋਇਆ।
ਤੇ ਇਸ ਜਥੇ ਦੇ ਮੁੱਖ ਜਥੇਦਾਰ ਸਰਦਾਰ ਪ੍ਰਤਾਪ ਸਿੰਘ ਖੁਰਦਪੁਰ ਜਲੰਧਰ, ਮੀਤ ਜਥੇਦਾਰ ਸਰਦਾਰ ਰੋਲਾ ਸਿੰਘ ਬਾਘਾ ਸਨ। 8ਵਾਂ ਸ਼ਹੀਦੀ ਜਥਾ ਸਰਦਾਰ ਕਰਤਾਰ ਸਿੰਘ ਝੱਬਰ ਵੱਲੋਂ ਸ਼ੇਖੂਪੁਰਾ ਦੇ ਸਿੰਘਾਂ ਦਾ ਤਿਆਰ ਕਰਵਾਇਆ ਗਿਆ ਸੀ, ਜੋ 10 ਜੂਨ 1924 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਰਵਾਨਾ ਹੋ ਕੇ ਖਡੂਰ ਸਾਹਿਬ, ਸੁਲਤਾਨਪੁਰ ਲੋਧੀ, ਡੱਲਾ, ਗੁਲਾਬ ਸਿੰਘ ਵਾਲਾ ਆਦਿ ਰਾਹੀਂ 29 ਜੂਨ ਨੂੰ ਜੈਤੋ ਪਹੁੰਚਿਆ ਸੀ ਤੇ ਜਥੇ ਦੇ ਮੁੱਖ ਸੇਵਾਦਾਰ ਮਾਨ ਸਿੰਘ ਟਿੱਬੀ ਹੰਬੋ, ਮੀਤ ਜਥੇਦਾਰ ਸਰਦਾਰ ਭਗਵਾਨ ਸਿੰਘ ਡੱਲਾ ਤੇ ਚੰਦਾ ਸਿੰਘ ਸਨ। 9ਵਾਂ ਸ਼ਹੀਦੀ ਜਥਾ 25 ਜੂਨ ਦੇ ਦਿਨ ਜ਼ਿਲ੍ਹਾ ਅੰਮ੍ਰਿਤਸਰ ਦੇ ਸਿੰਘਾਂ ਦਾ ਜਥਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਰਵਾਨਾ ਹੋ ਕੇ ਵੇਰਕਾ, ਰਸੂਲਪੁਰ, ਉਦੋਂ ਨੰਗਲ, ਬੁਤਾਲਾ, ਬਾਬਾ ਬਕਾਲਾ, ਚੀਮਾ, ਫੇਰੂਮਾਨ ਆਦਿ ਪਿੰਡਾਂ ਤੋਂ ਹੁੰਦੇ ਹੋਏ 18 ਜੁਲਾਈ ਨੂੰ ਜੈਤੋ ਪੁੱਜਿਆ, ਜਿੱਥੇ ਉਹਨਾਂ ਨੇ ਗ੍ਰਿਫਤਾਰੀ ਦੇ ਦਿੱਤੀ ਤੇ ਇਹ ਜਥੇ ਦੇ ਮੁੱਖ ਜਥੇਦਾਰ ਭਾਈ ਕੇਸਰ ਸਿੰਘ ਵਿੰਡ ਤਰਨਤਾਰਨ, ਮੀਤ ਜਥੇਦਾਰ ਹਰਨਾਮ ਸਿੰਘ ਵਜ਼ੀਰ ਤੇ ਸਕੱਤਰ ਮਾਸਟਰ ਗੁਰਦਿੱਤ ਸਿੰਘ ਸਨ। 10ਵਾਂ ਸ਼ਹੀਦੀ ਜਥਾ 13 ਜੁਲਾਈ 1924 ਈਸਵੀ ਨੂੰ ਲਾਹੌਰ, ਅੰਮ੍ਰਿਤਸਰ, ਗੁਰਦਾਸਪੁਰ, ਗੁਜਰਾਂਵਾਲਾ ਦੇ ਸਿੰਘਾਂ ਦਾ ਜਥਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਰਵਾਨਾ ਹੋਇਆ। ਇਸ ਜਥੇ ਦੇ ਮੁੱਖ ਜਥੇਦਾਰ ਸਰਦਾਰ ਵਿਸਾਖਾ ਸਿੰਘ ਲਾਹੌਰ, ਜਥੇਦਾਰ ਸਰਦਾਰ ਕੇਹਰ ਸਿੰਘ ਗੁਣਪੁਰ, ਮੀਤ ਜਥੇਦਾਰ ਸਰਦਾਰ ਜਗਜੀਤ ਸਿੰਘ ਬੁਤਾਲੀਆ ਸਨ ਤੇ ਇਹ ਜਥਾ ਵੇਰਕਾ, ਵਰਿਆਮ, ਜੈਤੋ, ਸਰਜਾ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਜਦੋਂ ਸਾਦਕਪੁਰ ਤਲਵੰਡੀ ਰਾਹੀਂ ਬਾਜਵੇ ਪੁੱਜਿਆ ਤਾਂ ਉੱਥੇ ਇਹਨਾਂ ਦੇ ਪੁਲਿਸ ਵੱਲੋਂ ਭਾਰੀ ਤਸ਼ੱਦਦ ਢਾਇਆ ਗਿਆ ਤੇ 25 ਸਿੰਘ ਗ੍ਰਿਫਤਾਰ ਕਰ ਲਏ ਗਏ। ਮਾਈ ਰਾਮ ਕੌਰ ਤੇ ਉਸ ਦੀ ਨੂੰਹ ਆਸ ਕੌਰ ਨੇ ਸਖਤੀਆਂ ਦੇ ਬਾਵਜੂਦ ਜਥੇ ਦੀ ਬਹੁਤ ਸੇਵਾ ਕੀਤੀ। ਮਾਈ ਦਾ ਕਹਿਣਾ ਸੀ ਕਿ ਮੇਰਾ ਪੁੱਤ ਜੈਤੋ ਗਿਆ ਹੋਇਆ ਏ ਤੇ ਮੈਨੂੰ ਜਥੇ ਦੇ ਸਾਰੇ ਸਿੰਘ ਮੇਰੇ ਪੁੱਤ ਜਾਪਦੇ ਨੇ। ਇਸ ਤੋਂ ਅਗਲੇ ਪੜਾਅ ਲਈ ਮੁੱਖ ਸੇਵਾਦਾਰ ਵਜੋਂ ਸਰਦਾਰ ਕੰਵਰ ਸਿੰਘ ਭਰਤ, ਮਠੌਲਾ, ਗੁਰਦਾਸਪੁਰ, ਜਥੇਦਾਰ ਭਾਈ ਗਿਆਨ ਸਿੰਘ ਅਲੋਵਾਲ, ਮੀਤ ਜਥੇਦਾਰ ਭਾਈ ਭਗਵਾਨ ਸਿੰਘ ਟਾਂਡਾ ਲਵਾਣਿਆਂ ਨੂੰ ਨਿਯਤ ਕੀਤਾ ਗਿਆ ਤੇ ਇਹ ਜਥਾ 15 ਅਗਸਤ ਨੂੰ ਜੈਤੋ ਪੁੱਜ ਕੇ ਗ੍ਰਿਫਤਾਰ ਹੋਇਆ। 11ਵਾਂ ਸ਼ਹੀਦੀ ਜਥਾ ਇਸ ਜਥੇ ਦੇ ਮੁੱਖ ਸੇਵਾਦਾਰ ਜਥੇਦਾਰ ਸਰਦਾਰ ਸੰਤੋਖ ਸਿੰਘ ਬੜਬੁੱਲਾ, ਸਰਦਾਰ ਸੰਤੋਖ ਸਿੰਘ ਬੱਡੂਵਾਲ, ਫਿਰੋਜ਼ਪੁਰ, ਮੀਤ ਜਥੇਦਾਰ ਸਰਦਾਰ ਮੇਹਰ ਸਿੰਘ ਮੱਲਾ ਤੇ ਗੁਰਦਿਆਲ ਸਿੰਘ ਬੜਾ ਪਿੰਡ, ਜਲੰਧਰ ਤੇ ਸਕੱਤਰ ਸਰਦਾਰ ਅਰਜਨ ਸਿੰਘ ਦੌਦਰ ਸਨ। ਫਿਰੋਜ਼ਪੁਰ ਤੇ ਲੁਧਿਆਣੇ ਦੇ ਸਿੰਘਾਂ ਦਾ ਇਹ ਜਥਾ 13 ਜੁਲਾਈ ਨੂੰ ਰਵਾਨਾ ਹੋਇਆ ਤੇ ਮੀਰਾਕੋਟ, ਗੁਰੂ ਕਾ ਬਾਗ, ਵਿਛੋਹਾ, ਤੇਜਾ ਵਹੀਲਾ, ਬਰਸੌਲਾ, ਗੁਰਦਾਸਪੁਰ, ਅੰਬਾਲਾ, ਜਲੰਧਰ, ਢੇਸੀਆਂ, ਕਾਣਾ, ਰੁੜਕੀ, ਛਪਾਰ, ਮਈਆਂਵਾਲਾ, ਮੌੜ, ਜੇਠੂ ਕੇ, ਭੂੰਦੜ, ਪੁੱਚੋ ਮੰਡੀ, ਗੋਬਿੰਦ, ਪਕੜੀਪੁਰ, ਫਰੀਦਕੋਟ ਰਾਹੀਂ ਹੁੰਦਾ ਹੋਇਆ 1 ਸਤੰਬਰ ਨੂੰ ਤਕਰੀਬਨ 1.5 ਮਹੀਨੇ ਬਾਅਦ ਜੈਤੋ ਪੁੱਜਿਆ। ਹੋਰ ਜਥਿਆਂ ਵਾਂਗ ਤਾਕ 'ਚ ਬੈਠੀ ਪੁਲਿਸ ਨੇ ਜਥੇ ਨੂੰ ਪੁੱਜਦਿਆਂ ਹੀ ਗ੍ਰਿਫਤਾਰ ਕਰਕੇ ਨਾਭੇ ਦੀ ਜੇਲ੍ਹ ਭੇਜ ਦਿੱਤਾ। ਹੁਣ ਗੱਲ ਕਰਦੇ ਹਾਂ 12ਵੇਂ ਸ਼ਹੀਦੀ ਜਥੇ ਦੀ, ਜਿਹੜਾ ਕਿ 11 ਅਗਸਤ 1924 ਈਸਵੀ ਨੂੰ ਜਥੇ ਦੇ ਮੁੱਖ ਸੇਵਾਦਾਰ ਸਰਦਾਰ ਸੁੱਚਾ ਸਿੰਘ ਮੋਗਾ ਤੇ ਭਾਈ ਕੰਵਰ ਸਿੰਘ ਦੀ ਅਗਵਾਈ ਹੇਠ ਸ਼੍ਰੀ ਅਕਾਲ ਤਖਤ ਸਾਹਿਬ ਤੋਂ 12ਵਾਂ ਜਥਾ ਰਵਾਨਾ ਹੋਇਆ ਸੀ। ਇਸ ਜਥੇ ਵਿੱਚ ਪੰਜਾਬ ਤੋਂ ਇਲਾਵਾ ਦਿੱਲੀ, ਕਲਕੱਤਾ, ਨਾਗਪੁਰ ਆਦਿ ਤੋਂ ਵੀ ਸਿੱਖ ਸ਼ਾਮਲ ਹੋਏ ਸੀ ਤੇ ਇਹ ਜਥਾ ਪੌਵਿੰਡ, ਬੋਪਾਰਾਏ, ਰਤੋਕੇ, ਭੋਖੜੀ ਰਾਹੀਂ ਮਲੋਟ ਪੁੱਜਿਆ ਤਾਂ ਇਸ ਜਥੇ ਤੇ ਲੁਕਵਾਂ ਵਾਰ ਕਰਦਿਆਂ ਜਥੇ ਦੇ ਪ੍ਰਸ਼ਾਦੇ ਵਿੱਚ ਕਿਸੇ ਅਕ੍ਰਿਤਕਣ ਵੱਲੋਂ ਜ਼ਹਿਰ ਮਿਲਾ ਦਿੱਤੀ ਗਈ। ਪੰਜਾਬ ਤੋਂ ਸਿੰਘਾਂ ਨੇ ਇਹ ਪ੍ਰਸ਼ਾਦਾ ਛਕਿਆ ਸੀ ਕਿ ਇਸ ਚਾਲ ਦਾ ਪਤਾ ਲੱਗ ਗਿਆ। ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾ ਰਿਹਾ ਤੇ ਆਖਿਰ 14 ਸਤੰਬਰ ਨੂੰ ਜਥਾ ਜੈਤੋ ਜਾ ਪੁੱਜਿਆ। 13ਵਾਂ ਜਥਾ ਇਹ ਜਥਾ 18 ਸਤੰਬਰ 1924 ਈਸਵੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਰਵਾਨਾ ਹੋਣ ਲੱਗਾ ਤਾਂ ਇੱਕ ਮਾਈ ਨੇ ਆਪਣੇ ਬੱਚੇ ਨੂੰ ਅੱਗੇ ਕਰਦਿਆਂ ਕਿਹਾ ਕਿ ਮੈਂ ਖੁਸ਼ ਹੋਵਾਂਗੀ ਜੇ ਮੇਰੇ ਜਿਗਰ ਦਾ ਟੁਕੜਾ ਕੌਮ ਲਈ ਸ਼ਹੀਦ ਹੋ ਜਾਵੇ। ਸੰਗਤ ਨੇ ਮਾਈ ਦੇ ਇਸ ਜਜ਼ਬੇ ਦੀ ਬੜੀ ਪ੍ਰਸ਼ੰਸਾ ਕੀਤੀ ਤੇ ਉਸ ਬਾਲਕ ਨੂੰ ਸੰਗਤ ਨੇ 5000 ਦਾ ਖਿਤਾਬ ਬਖਸ਼ਿਆ। ਇਹ ਜਥਾ ਸ਼੍ਰੀ ਅੰਮ੍ਰਿਤਸਰ ਤੋਂ ਗੁਰੂ ਕਾ ਬਾਗ, ਅਜਨਾਲਾ, ਬਾਬੇ ਦੀ ਬੇਰ, ਬਲਗਨ, ਡਿੰਗਾ, ਕਿਲਾ ਰਾਏ ਸਿੰਘ, ਕੋਟਲਾ ਕਾਲਵਾ, ਮਿੱਟ ਗੁਮਰੀ, ਪਾਟਪਟਨ, ਲਾਹੌਰ, ਫਿਰੋਜ਼ਪੁਰ ਰਾਹੀਂ
17 जनवरी 1925 ईस्वी ਨੂੰ 4 ਮਹੀਨੇ ਬਾਅਦ ਜੈਤੋ ਪੁੱਜਿਆ ਸੀ ਤੇ ਜਥੇ ਦੇ ਮੁੱਖ ਸੇਵਾਦਾਰ ਸਰਦਾਰ ਲੱਖਾ ਸਿੰਘ ਗੁਜਰਾਵਾਲਾ, ਮੀਤ ਜਥੇਦਾਰ ਸਰਦਾਰ ਅਰਜਨ ਸਿੰਘ ਲੁਧਿਆਣਾ ਸਨ। 14ਵਾਂ ਸ਼ਹੀਦੀ ਜਥਾ 15 ਅਗਸਤ 1924 ਈਸਵੀ ਨੂੰ ਮੁੱਖ ਜਥੇਦਾਰ ਦਰਸ਼ਨ ਸਿੰਘ ਫੇਰੂਮਾਨ, ਜਥੇਦਾਰ ਸਰਦਾਰ ਨਰਿੰਦਰ ਸਿੰਘ ਕੰਦੋਲਾ, ਮੀਤ ਜਥੇਦਾਰ ਨਾਰਾਇਣ ਸਿੰਘ ਪੰਡੋਰੀ ਗੋਲਾ ਅੰਮ੍ਰਿਤਸਰ ਅਤੇ ਜਨਰਲ ਸਕੱਤਰ ਨਿਰੰਜਨ ਸਿੰਘ ਸਰ ਲਾਹੌਰੀ ਦੀ ਅਗਵਾਈ ਵਿੱਚ 500 ਸਿੰਘਾਂ ਦਾ 14ਵਾਂ ਜਥਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਰਵਾਨਾ ਹੋਇਆ। ਜਦੋਂ ਜਥਾ ਰਵਾਨਾ ਹੋਇਆ ਉਸ ਸਮੇਂ ਸਰਕਾਰ ਵੱਲੋਂ ਇਹ ਅਫਵਾਹਾਂ ਵੱਡੇ ਪੱਧਰ ਤੇ ਫੈਲਾਈਆਂ ਗਈਆਂ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਥੇ 'ਚ ਭੇਜਣ ਵਾਲੇ ਆਦਮੀ ਨਹੀਂ ਮਿਲ ਰਹੇ, ਜਦੋਂ ਕਿ ਜਥੇ ਵਿੱਚ ਜਾਣ ਲਈ ਨਾਮ ਲਿਖਵਾਉਣ ਵਾਲੇ ਸਿੰਘਾਂ ਦੀ ਗਿਣਤੀ ਦਿਨ ਬ ਦਿਨ ਵੱਧਦੀ ਜਾ ਰਹੀ ਸੀ। ਇਹ ਜਥਾ ਕੋਟ ਮਹਿਦੂਦ, ਚੀਚਾ ਪਕਣਾ, ਬੁਰਜ ਤਰੀਕੇ, ਪੁੱਚੋਕੇ, ਰੋਸੇ ਥੈ, ਰੌਕੇ, ਜਮਸ਼ੇਰ, ਜਲਾਲਾਬਾਦ, ਭਾਦਸੂ ਰਾਹੀਂ ਸ਼੍ਰੀ ਮੁਕਤਸਰ ਸਾਹਿਬ ਪੁੱਜਿਆ ਤੇ ਇੱਥੇ ਮਾਗੀ ਦੇ ਸਮਾਗਮ ਤੇ 13ਵਾਂ ਤੇ 14ਵਾਂ ਜਥਾ ਇਕੱਠੇ ਹੋ ਗਏ। 29 ਜਨਵਰੀ 1925 ਈਸਵੀ ਨੂੰ ਕੋਟਕਪੂਰੇ ਰਾਹੀਂ ਜਥਾ 1.5 ਮਹੀਨੇ ਬਾਅਦ ਜੈਤੋ ਜਾ ਪੁੱਜਿਆ ਤੇ ਪੁਲਿਸ ਇਹਨਾਂ ਸਿੰਘਾਂ ਨੂੰ ਘੇਰ ਕੇ ਗ੍ਰਿਫਤਾਰ ਕਰਕੇ ਨਾਭਾ ਜੇਲ੍ਹ ਲੈ ਗਈ। ਤੇ 15ਵਾਂ ਸ਼ਹੀਦੀ ਜਥਾ 1 ਮਾਰਚ 1925 ਈਸਵੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਰਵਾਨਾ ਹੋਣ ਵਾਲੇ ਇਸ ਜਥੇ ਦੇ 4 ਹਿੱਸੇ ਬਣਾਏ ਗਏ, ਜੋ ਵੱਖ-ਵੱਖ ਇਲਾਕਿਆਂ ਵਿੱਚ ਪੈਂਡਾ ਮਾਰ ਕੇ ਅਪ੍ਰੈਲ ਮਈ ਮਹੀਨੇ 'ਚ ਜੈਤੋ ਜਾ ਪੁੱਜੇ। ਪਹਿਲਾ ਹਿੱਸਾ ਰਾਵਲਪਿੰਡੀ, ਜੇਲਮ, ਗੁਜਰਾਤ ਵੱਲੋਂ, ਦੂਜਾ ਹਿੱਸਾ ਸਰਗੌਦਾ, ਝੰਗ, ਮਿਟਗੁਮਰੀ, ਲਾਇਲਪੁਰ ਵੱਲੋਂ ਤੇ ਤੀਜਾ ਹਿੱਸਾ ਲਾਹੌਰ ਵੱਲੋਂ ਤੇ ਚੌਥਾ ਹਿੱਸਾ ਫਿਰੋਜ਼ਪੁਰ, ਲੁਧਿਆਣਾ, ਅੰਬਾਲਾ ਰਾਹੀਂ ਜੈਤੋ ਜਾ ਪੁੱਜਿਆ। 16ਵਾਂ ਸ਼ਹੀਦੀ ਜਥਾ 17 ਅਪ੍ਰੈਲ 1925 ਈਸਵੀ ਨੂੰ ਜਥੇਦਾਰ ਸਰਦਾਰ ਬਘੇਲ ਸਿੰਘ ਸਠਿਆਲਾ ਦੀ ਨਿਗਰਾਨੀ ਹੇਠ ਰਵਾਨਾ ਹੋਏ। ਇਸ ਜਥੇ ਦੇ ਸਿੰਘ 2 ਹਿੱਸਿਆਂ ਵਿੱਚ ਰਵਾਨਾ ਹੋਏ। ਪਹਿਲਾ ਹਿੱਸਾ ਵੇਰਕਾ, ਮਜੀਠਾ, ਸ਼ਾਮਨਗਰ, ਗੁਰਦਾਸਪੁਰ, ਹੁਸ਼ਿਆਰਪੁਰ ਆਦਿ ਰਾਹੀਂ ਜਲੰਧਰ ਤੋਂ ਰੇਲ ਗੱਡੀ ਤੇ ਜੈਤੋ ਪੁੱਜਿਆ ਸੀ ਤੇ ਦੂਜਾ ਹਿੱਸਾ ਗੱਡੀ ਰਾਹੀਂ ਅੰਮ੍ਰਿਤਸਰ ਤੋਂ ਭਲਵਾਲ ਹੁੰਦਾ ਹੋਇਆ ਸਰਗੌਦਾ ਪਹੁੰਚਿਆ ਤਾਂ ਉੱਥੇ ਪਲੇਗ ਫੈਲੀ ਹੋਈ ਸੀ, ਜਿਸ ਕਾਰਨ ਕਈ ਸਿੰਘ ਚਲਾਣਾ ਕਰ ਗਏ। ਜਥਾ ਉੱਥੋਂ ਰਵਾਨਾ ਹੋ ਕੇ ਗੁਜਰਾਤ, ਗੁਜਰਾਵਾਲਾ ਰਾਹੀਂ ਸਿਆਲਕੋਟ ਵੱਲ ਜਾਂਦਾ ਹੋਇਆ ਸਾਦੋਕੀ ਪਿੰਡ ਨਜ਼ਦੀਕ ਸੜਕ ਕਿਨਾਰੇ ਠਹਿਰਿਆ। ਇਸੇ ਦੌਰਾਨ ਇੱਥੇ ਜਥੇ ਦਾ ਮੇਲ ਸ਼ਹਿਜ਼ਾਦੀ ਬੰਬਾ ਨਾਲ ਹੋਇਆ। ਜਥੇ ਦੇ ਸਿੰਘਾਂ ਨੂੰ ਦੇਖ ਕੇ ਉਹ ਥਾਂ ਰੁਕ ਗਈ ਤੇ ਉਸਦੇ ਸਿੱਖ ਖੂਨ ਨੇ ਉਛਾਲਾ ਖਾਧਾ ਤੇ ਨਜ਼ਦੀਕ ਆ ਕੇ ਸਿੰਘਾਂ ਨਾਲ ਗੱਲਬਾਤ ਕੀਤੀ। ਸ਼ਹਿਜ਼ਾਦੀ ਨੇ ਸਿੰਘਾਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ। ਇਹ ਜਥਾ ਅਜੇ ਸਿਆਲਕੋਟ ਹੀ ਸੀ ਕਿ ਜੈਤੋ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣ ਦੀ ਖਬਰ ਮਿਲ ਗਈ ਤੇ ਜਥਾ ਸਿਆਲਕੋਟ ਤੋਂ ਗੱਡੀ ਰਾਹੀਂ ਜੈਤੋ ਜਾ ਪੁੱਜਿਆ। ਹੁਣ ਗੱਲ ਕਰਾਂਗੇ ਸਪੈਸ਼ਲ ਸ਼ਹੀਦੀ ਜਥੇ ਦੀ। ਗੁਰਦੁਆਰਾ ਗੰਗਸਰ ਜੈਤੋ ਵਿਖੇ ਅੰਗਰੇਜ਼ ਸਰਕਾਰ ਵੱਲੋਂ ਚਲਾਈ ਗੋਲੀ ਦੀ ਚਰਚਾ ਇੰਨੀ ਜ਼ਿਆਦਾ ਹੋਈ ਕਿ ਦੇਸ਼ ਪਰਦੇਸ ਵਸਦੇ ਸਿੰਘ ਵੀ ਆਪਣੇ ਆਪ ਨੂੰ ਇਸ ਮੋਰਚੇ ਵਿੱਚ ਸ਼ਾਮਲ ਹੋਣ ਤੋਂ ਰੋਕ ਨਾ ਸਕੇ ਤੇ ਹੋਰ ਵੱਖ-ਵੱਖ ਦੇਸ਼ਾਂ ਤੋਂ ਪਰਦੇਸੀ ਜਥੇ ਵੀ ਅੰਮ੍ਰਿਤਸਰ ਪੁੱਜੇ। 27 ਅਪ੍ਰੈਲ 1925 ਈਸਵੀ ਨੂੰ 101 ਸਿੰਘਾਂ ਦਾ ਸਪੈਸ਼ਲ ਜਥਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਰਵਾਨਾ ਕੀਤਾ ਗਿਆ। ਜਥੇ ਦਾ ਪੜਾਅ ਅਜੇ ਲਾਇਲਪੁਰੀ ਸੀ ਕਿ ਖੰਡਿਤ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਲਈ ਪ੍ਰਵਾਨਗੀ ਦੀ ਇਤਲਾਹ ਮਿਲ ਗਈ। ਇਸ ਜਥੇ ਨੇ ਜੈਤੋ ਪੁੱਜ ਕੇ ਸ਼੍ਰੀ ਅਖੰਡ ਪਾਠ ਆਰੰਭ ਕੀਤੇ। ਇਸੇ ਦਿਨ ਗੁਰਦੁਆਰਾ ਸਾਹਿਬ ਤੋਂ ਫੌਜ ਹਟਾ ਲਈ ਗਈ। ਇਸ ਤਰ੍ਹਾਂ 21 ਜੁਲਾਈ 1925 ਦੀ ਈਸਵੀ ਦੀ ਸ਼ਾਮ ਗੁਰਦੁਆਰਾ ਗੰਗਸਰ ਜੈਤੋ ਵਿਖੇ 101 ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੁਰਜ਼ੋਰ ਸੱਦੇ ਤੇ ਸੰਗਤ ਦੀ ਇੱਛਾ ਅਨੁਸਾਰ ਸੰਤ ਅਤਰ ਸਿੰਘ ਮਸਤੂਆਣਾ ਨੇ ਜੈਤੋ ਪੁੱਜ ਕੇ ਸੰਗਤ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ। 6 ਅਗਸਤ 1925 ਈਸਵੀ ਨੂੰ 101 ਸ਼੍ਰੀ ਅਖੰਡ ਪਾਠ ਸਾਹਿਬ ਸੰਪੂਰਨ ਹੋਏ। ਜੇਲ੍ਹਾਂ ਵਿੱਚੋਂ ਵੀ ਕੈਦੀ ਰਿਹਾ ਕਰ ਦਿੱਤੇ ਗਏ। ਗੋਰੇ ਸ਼ਾਹੀ ਦੀ ਨੌਕਰੀ ਛੱਡ ਗਈ। ਗੰਗਸਰ ਜੈਤੋ ਦੇ ਮੋਰਚੇ ਦੌਰਾਨ ਸਿੰਘਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਇਕਜੁੱਟਤਾ ਰਾਹੀਂ ਪੰਥ ਵਸੀ ਮੈਂ ਉਜੜਾ ਵਾਕ ਤੇ ਪਹਿਰਾ ਦਿੰਦਿਆਂ ਸਦੀਵੀ ਮਿਸਾਲ ਪੇਸ਼ ਕੀਤੀ। ਤਾਂ ਇਹ ਸੀ ਮੋਰਚਾ ਗੰਗਸਰ ਜੈਤੋ ਦਾ ਉਹ ਸ਼ਾਨਾਮਤਾ ਇਤਿਹਾਸ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਦਾ ਇੱਕ ਸੁਨਹਿਰੀ ਪੰਨਾ ਹੈ।
ਅੱਜ ਜਦੋਂ ਇਸ ਮੋਰਚੇ ਦੀ 100 ਸਾਲਾ ਸ਼ਤਾਬਦੀ ਮਨਾ ਰਹੇ ਹਾਂ ਤਾਂ ਉਹਨਾਂ ਮਰਜੀਵੜੇ ਯੋਧਿਆਂ ਨੂੰ ਯਾਦ ਕਰਦਿਆਂ ਮਾਣ ਮਹਿਸੂਸ ਹੁੰਦਾ ਹੈ।